सूचना ते लोक संपर्क विभाग नहीं हुण कोई आरटीआई का जवाब दे रहा। ਉਹਦੀਆਂ ਅਪੀਲਾਂ ਨੇਗੀਆਂ ਹੁਣ ਮੇਰੀਆਂ 6 ਅਪੀਲਾਂ ਨੇਗੀਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀਆਂ ਕਮਿਸ਼ਨ ਦੇ ਵਿੱਚ ਅਗਲੇ ਮਹੀਨੇ, ਤੇ ਕੋਈ ਵੀ ਆਰਟੀ ਦਾ ਜਵਾਬ ਨਹੀਂ ਦੇ ਰਹੇ। ਇਹ ਗੋਲ ਕਰੀ ਜਾਂਦੇ ਗੱਲਾਂ ਨੂੰ। ਨੇ ਵੀ ਅਖਬਾਰ ਨੇਗੇ, ਸਾਰਿਆਂ ਨੂੰ ਇਹ ਕਿਹਾ ਗਿਆ ਕਿ ਆਲਟਰਨੇਟ ਡੇਜ਼ ਤੇ ਤੁਸੀਂ ਇਦਾਂ ਦੇ ਖਬਰਨੁਮਾ ਪੇਜ ਬਣਾ ਕੇ ਪੂਰੇ ਦਾ ਪੂਰਾ ਆਪਦੇ ਅਖਬਾਰ ਦੇ ਵਿੱਚ ਲਾਉਣਾ, ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਇਹ ਪ੍ਰੈਫਰ ਕਰੋ ਕਿ ਇਹਦੇ ਉੱਤੇ ਐਡਵਰਟੋਰੀਅਲ ਨਾ ਲਿਖਿਆ ਜਾਵੇ, ਤੇ ਜਿਹੜੀਆਂ ਇਹਦੀ ਖਬਰਾਂ ਵੀ ਨੇ ਉਹਦੇ ਵਿੱਚ ਵੀ ਤੁਸੀਂ ਪੱਤਰਕਾਰਾਂ ਦੇ ਨਾਮ ਪਾਓ ਆਪਦੇ, ਮਤਲਬ ਤਾਂ ਕਿ ਬਿਲਕੁਲ ਹੀ ਪਤਾ ਹੀ ਨਾ ਲੱਗੇ ਲੋਕਾਂ ਨੂੰ ਕਿ ਹੋ ਕੀ ਰਿਹਾ। ਤੇ ਬਹੁਤੇ ਅਖਬਾਰਾਂ ਨੂੰ, ਪੰਜਾਬੀ ਹਿੰਦੀ ਅਖਬਾਰਾਂ ਨੇ ਜਿਹੜੇ ਜਾਣੇ ਪਛਾਣੇ ਆ, ਉਹਨਾਂ ਨੇ ਇਹ ਕੀਤਾ ਵੀ। ਤੁਸੀਂ ਅਖਬਾਰਾਂ ਦੇ ਅਦਾਰਿਆਂ ਨੂੰ, ਮੀਡੀਆ ਹਾਊਸਿਸ ਨੂੰ ਅਬਲਾਈਜ਼ ਕਰਨਾ ਹੈ, ਕਰੋੜਾਂ ਰੁਪਏ ਦੇ ਉਹਨਾਂ ਨੂੰ ਗੱਫੇ ਦੇਣੇ ਨੇ ਤਾਂ ਕਿ ਉਹ ਨੈਗੇਟਿਵ ਖਬਰਾਂ ਨਾ ਛਾਪਣ। ਪੋਜ਼ਿਟਿਵ ਤਾਂ ਛਾਪ ਹੀ ਰਹੀਆਂ ਨੇ, ਲੇਕਿਨ ਨੈਗੇਟਿਵ ਨਾ ਛਾਪਣ। ਇਸ ਵਾਸਤੇ ਉਹਨਾਂ ਨੂੰ ਪਹਿਲਾਂ ਹੀ ਆਪਣੇ ਇਸ਼ਤਿਹਾਰਾਂ ਦੇ ਬੋਝ ਥੱਲੇ ਤੁਸੀਂ ਕਰਜ਼ਦਾਰ ਬਣਾ ਦਿਓ। ਜਿਹੜੇ ਇਹ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਰੋਜ਼ ਦੀ ਕਰੋੜਾਂ ਦੀ, ਇਹਦੇ ਚੋਂ ਕਿਕਬੈਕ ਵੀ ਬੜੀ ਵੱਡੀ ਹੈ। ਮੈਨੂੰ ਇਹ ਗੱਲ ਦੱਸੀ ਹੈ ਇੱਕ ਅਦਾਰੇ ਦੇ ਬੰਦੇ ਨੇ ਹੀ ਦੱਸੀ ਹੈ ਕਿ ਇਹਦੇ ਚੋਂ ਕਿਕਬੈਕ ਵੀ ਬੜੀ ਵੱਡੀ ਹੈ। ਇਹ ਜਾਂਚ ਦਾ ਵਿਸ਼ਾ ਹੈ ਜੀ। ਸਾਰੇ ਫਸਣਗੇ ਜੀ ਇਹਦੇ ਚ। ਦੇਖੋ ਕਿੰਨਾ ਟਾਈਮ ਤੁਸੀਂ ਇਹਨਾਂ ਨੂੰ ਬਚਾ ਲਓਗੇ, ਵੱਧ ਤੋਂ ਵੱਧ 5 ਸਾਲ ਬਚਾ ਲਓਗੇ। ਉਦੋਂ ਬਾਅਦ ਤੇ ਦੇਖਣਾ ਉਦੋਂ ਬਾਅਦ ਕੀ ਹੋਊਗਾ। ਦੇਖੋ ਐਵਰੇਜ ਤੁਹਾਨੂੰ ਇਸ਼ਤਿਹਾਰ ਦੀ 2-2, 3-3, 4-4 ਕਰੋੜ ਰੋਜ਼ ਦੀ ਪੈਣ ਲੱਗ ਜੇ ਤਾਂ ਅਫਸਰ ਵੀ ਤੇ ਕਿਤੇ ਨਾ ਕਿਤੇ ਜਾ ਕੇ ਹਿੱਲਣਗੇ ਨਾ। ਮੀਡੀਆ ਤੇ ਕੰਟਰੋਲ ਕਰਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ ਆਮ ਆਦਮੀ ਪਾਰਟੀ ਨੇ ਮਾਰਿਆ ਪੈਸੇ ਦੇ ਨਾਲ। ਬਾਈ ਹੁੱਕ ਐਂਡ ਕਰੁਕ ਸਾਰੇ ਤਰੀਕੇ ਵਰਤ ਰਹੀ ਹੈ ਕਿ ਕਿਤੇ ਕੋਈ ਸਾਡੇ ਅਗੇਂਸਟ ਖਬਰ ਨਾ ਆ ਜੇ। ਜਿਹੜੀ ਮੀਡੀਆ ਦੀ ਨਿਰਭਰਤਾ ਹੈ ਸਰਕਾਰਾਂ ਉੱਤੇ, ਇਸ ਤਰੀਕੇ ਦਾ ਜਿਹੜਾ ਕਹਿੰਦੇ ਨੇ ਖੂਨ ਮੂੰਹ ਨੂੰ ਲਾਤਾ, ਜਦੋਂ ਇਸ਼ਤਿਹਾਰਾਂ ਦੀ ਇਸ ਤਰੀਕੇ ਦੀ ਡੋਜ਼ ਤੁਸੀਂ ਦੇਣੀ ਸ਼ੁਰੂ ਕਰਤੀ ਤਾਂ ਫਿਰ ਪੱਤਰਕਾਰਿਤਾ ਦੇ ਨਾਂ ਦੇ ਉੱਤੇ ਕੀ ਬਚਿਆ? ਕ੍ਰਿਟੀਕਲ ਜਿਹੜਾ ਜਰਨਲਿਜ਼ਮ ਹੈ ਉਹ ਕਿੱਥੇ ਬਚਦਾ ਹੈ? ਗਵਰਨਮੈਂਟ ਆਫ ਪੰਜਾਬ ਇਸ ਟਾਈਮ ਤੇ ਜਿਹੜਾ ਖਰਚਾ ਕਰ ਰਹੀ ਹੈ ਉਹ ਸਭ ਤੋਂ ਜ਼ਿਆਦਾ ਖਰਚਾ ਕਰਦੀ ਪਈ ਹੈ ਮੈਟਾ ਐਡਸ ਤੇ ਗੂਗਲ ਐਡਸ ਤੇ। 85% ਉਹ ਐਡ ਗੁਜਰਾਤ ਦੇ ਵਿੱਚ ਦਿਖਾਈ ਜਾ ਰਹੀ ਹੈ। ਮਤਲਬ ਪੰਜਾਬ ਦਾ ਪੈਸਾ, ਪੰਜਾਬ ਦਾ ਹੈਂਡਲ, ਪੰਜਾਬ ਦਾ ਮੁੱਖ ਮੰਤਰੀ ਤੇ ਦਿੱਲੀ ਦੇ ਸਕੂਲਾਂ ਦੀ ਤਾਰੀਫ ਤੇ ਉਹ ਦਿਖਾਇਆ ਗੁਜਰਾਤ ਦੇ ਵਿੱਚ ਜਾ ਰਿਹਾ ਹੈ। ਸਾਰਾ ਪੈਸਾ ਆਪਣਾ ਲਗਾਇਆ ਜਾ ਰਿਹਾ। ਅਰੋੜਾ ਜੀ ਨੇ ਜਿਹੜਾ ਖਰਚਾ ਉਹ 700-800 ਕਰੋੜ ਤੇ ਆਲਰੇਡੀ ਕਹਿੰਦੇ ਕਰੇ ਹੀ ਕਰਾਂਗੇ ਅਸੀਂ ਮਿਨੀਮਮ, ਤੇ ਮਤਲਬ ਰਜਾ ਕੇ ਰੱਖਣਾ ਮੀਡੀਆ ਨੂੰ। ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖਿਆ ਅਨਪਲੱਗਡ ਉੱਤੇ, ਤੇ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਹੋਏਗੀ ਗੱਲਬਾਤ। ਮੁੱਦਾ ਜਿਹੜੀ ਚਰਚਾ ਜਿਸ ਉੱਤੇ ਆਪਾਂ ਕਰਾਂਗੇ ਉਹ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸੇ ਵੀ ਸਰਕਾਰ ਉਸਦੇ ਜਿਹੜਾ ਲੋਕ ਸੰਪਰਕ ਮਹਿਕਮਾ ਹੁੰਦਾ ਹੈ ਉਸ ਨੂੰ ਹੱਕ ਵੀ ਹੁੰਦਾ ਹੈ ਤੇ ਉਸਦਾ ਪ੍ਰੈਰੋਗੇਟਿਵ ਵੀ ਹੁੰਦਾ ਹੈ ਕਿ ਆਪਣੇ ਕੰਮਾਂ ਬਾਰੇ, ਸਰਕਾਰ ਦੀਆਂ ਸਕੀਮਾਂ ਬਾਰੇ, ਪਾਲਿਸੀਆਂ ਬਾਰੇ, ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਾਏ। ਲੇਕਿਨ ਜਦੋਂ ਵੀ ਇਸ਼ਤਿਹਾਰਬਾਜ਼ੀ ਜਾਂ ਐਡਵਰਟੀਜ਼ਮੈਂਟ ਦੀ ਇੱਕ ਕੈਂਪੇਨ ਜਾਂ ਕੋਈ ਵੀ ਕੈਂਪੇਨ ਤੋਰੀ ਜਾਂਦੀ ਹੈ, ਉਸਦੇ ਕੁਝ ਮਨੋਰਥ ਜ਼ਰੂਰ ਹੋਣੇ ਚਾਹੀਦੇ ਨੇ। ਬੀਤੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਅਖਬਾਰਾਂ ਦੇ ਵਿੱਚ, ਆਪਣੀ ਸਰਕਾਰ ਬਣਨ ਦੇ ਪਹਿਲੇ ਹੀ ਕੁਝ ਮਹੀਨਿਆਂ ਤੋਂ ਸ਼ੁਰੂ ਹੋ ਕੇ ਅੱਜ 7 ਮਹੀਨੇ ਤਕਰੀਬਨ ਪੂਰੇ ਹੋ ਚੁੱਕੇ ਨੇ, ਇਹਨਾਂ ਇਸ਼ਤਿਹਾਰਾਂ ਦੇ ਉੱਤੇ ਸਵਾਲ ਉੱਠਦੇ ਰਹੇ ਨੇ। ਇਸ਼ਤਿਹਾਰ ਕਿਉਂ ਜਾਰੀ ਕੀਤੇ ਜਾ ਰਹੇ ਨੇ? ਇਸ਼ਤਿਹਾਰਾਂ ਉੱਤੇ ਕਿੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ? ਇਸ਼ਤਿਹਾਰ ਕਿਹੜੇ-ਕਿਹੜੇ ਸੂਬਿਆਂ ਯਾਨੀ ਕਿ ਗੈਰ ਪੰਜਾਬੀ ਸੂਬਿਆਂ ਦੀਆਂ ਅਖਬਾਰਾਂ ਦੇ ਵਿੱਚ ਵੀ ਦਿੱਤੇ ਜਾ ਰਹੇ ਨੇ? ਕਿਉਂ ਦਿੱਤੇ ਜਾ ਰਹੇ ਨੇ? ਇਸ਼ਤਿਹਾਰਾਂ ਦੇ ਨਾਲ ਮਕਸਦ ਕੀ ਪੂਰਾ ਹੋ ਰਿਹਾ ਹੈ? ਕਿ ਪੰਜਾਬ ਦੇ ਖਜ਼ਾਨੇ ਉੱਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ? ਪੰਜਾਬ ਦੇ ਮੋਢੇ ਉੱਤੇ ਰੱਖ ਕੇ ਕੀ ਨਿਸ਼ਾਨਾ ਗੁਜਰਾਤ ਜਾਂ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਦੇ ਸਿਆਸੀ ਜਿਹੜੇ ਮਕਸਦ ਹੈਗੇ ਨੇ ਆਮ ਆਦਮੀ ਪਾਰਟੀ ਉਹਨਾਂ ਤੇ ਕੀਤਾ ਜਾ ਰਿਹਾ ਹੈ? ਤੇ ਸਭ ਤੋਂ ਜਿਹੜਾ ਮੁੱਢਲਾ ਸਵਾਲ ਹੈ ਕਿ ਇਹਨਾਂ ਇਸ਼ਤਿਹਾਰਾਂ ਦੇ ਨਾਲ ਆਖਰ ਸਾਬਤ ਕੀ ਕਰਨਾ ਚਾਹਦੀ ਆਮ ਆਦਮੀ ਪਾਰਟੀ ਸਰਕਾਰ? ਉਹ ਪੰਜਾਬ ਜੋ ਕਿ ਇੱਕ ਖਰਾਬ ਆਰਥਿਕ ਵਿਵਸਥਾ ਵਿੱਚੋਂ ਜਾਂ ਖਰਾਬ ਅਰਥਚਾਰੇ ਵਿੱਚੋਂ ਗੁਜ਼ਰਦਾ ਪਿਆ ਹੈ, ਉਸ ਨੂੰ ਇਸ ਤਰੀਕੇ ਦੀ ਇਸ਼ਤਿਹਾਰਬਾਜ਼ੀ ਮਹਿੰਗੀ ਤਾਂ ਪੈ ਹੀ ਰਹੀ ਹੈ, ਲੇਕਿਨ ਕਿੰਨਾ ਕੁ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਹੋ ਰਿਹਾ ਹੈ ਇਸ ਅੰਨ੍ਹੇਵਾਹ ਦਿੱਤੇ ਜਾ ਰਹੇ ਇਸ਼ਤਿਹਾਰਾਂ ਦੇ ਕਾਰਨ। ਇਹ ਸਾਰੇ ਦੇ ਮੁੱਦਿਆਂ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਇਹ ਵਿਸ਼ੇ ਤੇ ਰਿਪੋਰਟ ਮੈਂ ਖੁਦ ਬਣਾਉਣਾ ਚਾਹੁੰਦਾ ਸੀ, ਲੇਕਿਨ ਮੈਨੂੰ ਲੱਗਾ ਕਿ ਇਸ ਵਿਸ਼ੇ ਉੱਤੇ ਜਿਸ ਸ਼ਖਸ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਹੈ, ਯਾਨੀ ਕਿ ਸਰਕਾਰ ਦੀ ਇਸ ਇਸ਼ਤਿਹਾਰਬਾਜ਼ੀ ਦੇ ਉੱਤੇ ਜਿਹੜਾ ਵੀ ਖਰਚਾ ਸਰਕਾਰ ਨੇ ਕੀਤਾ ਹੈ, ਉਸ ਬਾਰੇ ਸਭ ਤੋਂ ਜ਼ਿਆਦਾ ਰਾਈਟ ਟੂ ਇਨਫੋਰਮੇਸ਼ਨ ਜਿਹੜੀਆਂ ਐਪਲੀਕੇਸ਼ਨਸ ਪਾਈਆਂ ਗਈਆਂ ਨੇ, ਕਾਨੂੰਨ ਦੇ ਤਹਿਤ ਸੂਚਨਾਵਾਂ ਮੰਗੀਆਂ ਗਈਆਂ ਨੇ, ਤੇ ਬਹੁਤ ਸੀ ਚੀਜ਼ਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਉਣ ਦੇ ਵਿੱਚ ਕਾਮਯਾਬੀ ਜਿਸ ਸ਼ਖਸ ਨੇ ਹਾਸਲ ਕੀਤੀ ਹੈ, ਉੱਘੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਸਾਹਿਬ। ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਸੋ ਮਾਨਿਕ ਗੋਇਲ ਸਾਹਿਬ ਅੱਜ ਮੇਰੇ ਨਾਲ ਜੁੜ ਰਹੇ ਹੈਗੇ ਨੇ, ਤੇ ਮਾਨਿਕ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ। ਤੇ ਬਹੁਤ ਬਹੁਤ ਧੰਨਵਾਦ ਲੱਖੀ, ਤੁਸੀਂ ਇਨਵਾਈਟ ਕੀਤਾ। ਤੇ ਅੱਜ 7 ਮਹੀਨੇ ਬੀਤਣ ਤੋਂ ਬਾਅਦ ਵੀ ਸਥਿਤੀ ਉਵੇਂ ਦੀ ਉਵੇਂ ਹੈ। ਬਹੁਤ ਜ਼ਿਆਦਾ ਕ੍ਰਿਟੀਕਲੀ ਵੀ ਐਨਾਲਾਈਜ਼ ਕੀਤਾ ਗਿਆ, ਚਿੰਤਕਾਂ ਨੇ
ਚਿੰਤਾ ਵੀ ਜਤਾਈ ਹੈ ਕਿ ਸਰਕਾਰ ਇਹ ਕਰਦੀ ਕੀ ਪਈ ਹੈ। ਇੱਕ ਨਵੀਂ ਬਣੀ ਸਰਕਾਰ ਐਡੇ ਵੱਡੇ ਫਤਵੇ ਦੇ ਨਾਲ ਆਈ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਦੀ ਲੋੜ ਕਿਉਂ ਹੈ? ਇਹ ਸਾਰੀਆਂ ਗੱਲਾਂ ਬਾਤਾਂ ਉੱਤੇ ਜਿਹੜੀ ਤੁਸੀਂ ਮਾਲੂਮਾਤ ਹਾਸਲ ਕੀਤੀ ਹੈ ਉਹਨੂੰ ਥੋੜਾ ਜਿਹਾ ਸ਼ੇਅਰ ਕਰੋ ਵੀ ਅਜੇ ਤੱਕ ਤੁਹਾਡੇ ਹਿਸਾਬ ਨਾਲ ਕਿੰਨਾ ਖਰਚਾ ਹੋ ਚੁੱਕਾ ਹੋਏਗਾ। ਕੋਈ ਕੰਸੋਲੀਡੇਟ ਫਿਗਰ ਸ਼ਾਇਦ ਨਹੀਂ ਆ ਪਾਈ ਹੋਏਗੀ, ਲੇਕਿਨ ਤੁਸੀਂ ਅਲੱਗ-ਅਲੱਗ ਪੜਾਅ ਹੇਠ ਜਾਣਕਾਰੀ ਇਕੱਠੀ ਕੀਤੀ ਹੈ, ਸੋ ਥੋੜਾ ਜਿਹਾ ਚਾਨਣਾ ਪਾਓ ਕਿ ਕੀ ਸੂਰਤ ਹਾਲ ਹੈ। ਲੱਖੀ ਜੀ, ਜਦੋਂ ਇਹ ਜਾਣਕਾਰੀ ਲੈਣੀ ਸ਼ੁਰੂ ਕੀਤੀ ਹੈ ਉਹਦਾ ਮਕਸਦ ਇਹੀ ਸੀਗਾ ਵੀ ਜਦੋਂ ਇਹ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤੇ ਬਦਲਾਅ ਦਾ ਨਾਂ ਲੈ ਕੇ ਆਈ, ਬਟ ਜਦੋਂ ਸਰਕਾਰ ਬਣੀ ਉਦੋਂ ਆਪਾਂ ਦੇਖਣ ਲੱਗੇ ਕਿ ਸਰਕਾਰ ਹਜੇ ਬਣੀ ਨਹੀਂ, ਸਹੁੰ ਹਜੇ ਚੱਕੀ ਨਹੀਂ ਗਈ ਤੇ ਫਰੰਟ ਪੇਜ ਇਸ਼ਤਿਹਾਰ ਦਿੱਲੀ ਦੀ ਤਰਜ਼ ਤੇ ਪਹਿਲੇ ਦਿਨ ਤੋਂ ਹੀ, ਸਰਕਾਰ ਬਣਨ ਤੋਂ ਪਹਿਲਾਂ ਤੋਂ ਹੀ ਇੰਨੀ ਤੇਜ਼ੀ ਨਾਲ ਆਉਣ ਲੱਗ ਗਏ। ਠੀਕ ਹੈ, ਪਹਿਲਾਂ ਵੀ ਸਰਕਾਰਾਂ ਦਿੰਦੀਆਂ ਸੀਗੀਆਂ, ਕੁਆਟਰ ਪੇਜ ਦੇਤਾ, ਹਾਫ ਪੇਜ ਦੇਤਾ, ਮਤਲਬ ਫਰੰਟ ਪੇਜ ਉਹ ਵੀ ਫੁੱਲ ਪੇਜ, ਉਹ ਵੀ ਮਤਲਬ ਕੋਈ ਏਦਾਂ ਨਹੀਂ ਵੀ ਕੋਈ ਬੜੀ ਟਾਈਮ ਬਾਅਦ ਆਉਂਦਾ ਸੀਗਾ, ਉਹ ਰੈਗੂਲਰ ਆਲਟਰਨੇਟਿਵ ਡੇਜ਼ ਤੇ ਆ ਗਿਆ, ਡੇਲੀ ਆ ਗਿਆ। ਤੇ ਉਸ ਤੋਂ ਬਾਅਦ ਆਰਟੀ ਫਾਈਲ ਕੀਤੀ, ਉਹ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਿਹੜਾ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਦੋਂ ਸਹੁੰ ਚੁੱਕ ਸਮਾਗਮ ਕਰਨਾ ਸੀਗਾ, ਜਦੋਂ ਇਹਨਾਂ ਨੇ ਸਹੁੰ ਚੁੱਕਣੀ ਸੀ ਭਗਵੰਤ ਮਾਨ ਜੀ ਨੇ, ਉਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਸ਼ਤਿਹਾਰ ਦੇ ਦਿੱਤਾ ਗਿਆ। ਮਤਲਬ ਸਿਰਫ ਸਹੁੰ ਚੁੱਕ ਸਮਾਗਮ ਤੇ ਇਕੱਲੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਤੇ ਕਰੀਬ 6 ਕਰੋੜ ਦਾ ਇਸ਼ਤਿਹਾਰ ਦਿੱਤਾ ਗਿਆ। 2 ਕਰੋੜ ਉਸ ਫੰਕਸ਼ਨ ਦੇ ਖਰਚਿਆ ਗਿਆ ਤੇ ਬਾਕੀ ਹੋਰ ਖਰਚੇ, ਮਤਲਬ ਆਲਮੋਸਟ ਮੋਟਾ ਦੇਖੀਏ ਤੇ 9-10 ਕਰੋੜ ਰੁਪਈਆ ਸਹੁੰ ਚੁੱਕ ਸਮਾਗਮ ਤੇ ਖਰਚਿਆ ਗਿਆ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਗਮ ਸੀਗਾ ਸਹੁੰ ਚੁੱਕਣ ਵਾਲਾ। ਤੇ ਉਸ ਤੋਂ ਪਹਿਲਾਂ ਹੀ ਜਿਹੜੀ ਇਸੇ ਤਰੀਕੇ ਨਾਲ, ਮਤਲਬ ਉਸ ਤੋਂ ਬਾਅਦ ਲਗਾਤਾਰ ਸ਼ੁਰੂ ਹੋ ਗਈਆਂ ਕਿ ਅਸੀਂ ਐਂਟੀ ਕਰਪਸ਼ਨ ਲਾਈਨ ਬਣਾਈ ਹੈ ਜੀ। ਪੰਜਾਬ ਤੋਂ ਲੈ ਕੇ ਗੁਜਰਾਤ ਦੀਆਂ ਅੱਗੇ ਚੋਣਾਂ ਦੀ ਗੱਲਾਂ ਹੋਣ ਲੱਗ ਗਈਆਂ, ਗੁਜਰਾਤ ਦੇ ਵਿੱਚ ਹੋ ਗਿਆ, ਹਰਿਆਣੇ ਦੇ ਵਿੱਚ ਹੋ ਗਿਆ, ਹਿਮਾਚਲ ਦੇ ਵਿੱਚ ਹੋ ਗਿਆ। ਇੰਨਾ ਜ਼ਿਆਦਾ ਇਸ਼ਤਿਹਾਰ ਮਤਲਬ ਦਿੱਤਾ ਜਾਣ ਲੱਗ ਗਿਆ ਕਿ ਜਿੱਦਾਂ ਹੁਣ ਐਂਟੀ ਕਰਪਸ਼ਨ ਲਾਈਨ ਹੈ, ਡੈਡ ਪਈ ਹੈ ਇਸ ਟਾਈਮ। ਤੁਹਾਨੂੰ ਵੀ ਪਤਾ ਵੀ ਐਂਟੀ ਕਰਪਸ਼ਨ ਲਾਈਨ ਇਸ ਦੀ ਕੋਈ ਗੱਲ ਨਹੀਂ ਕਰ ਰਿਹਾ, ਬਟ ਆਲਰੇਡੀ ਇਹ ਕਰੀਬ 20 ਕਰੋੜ ਰੁਪਏ ਦਾ ਇਸ਼ਤਿਹਾਰ ਐਂਟੀ ਕਰਪਸ਼ਨ ਲਾਈਨ ਤੇ ਖਰਚ ਚੁੱਕੇ ਆ, ਜਿਹਦੀ ਇਹਨਾਂ ਨੇ ਪੰਜਾਬ ਤੋਂ ਲੈ ਕੇ ਹਰਿਆਣਾ, ਹਿਮਾਚਲ, ਸਾਊਥ ਦੀਆਂ ਸਟੇਟਾਂ ਦੇ ਵਿੱਚ ਵੀ ਪ੍ਰਚਾਰ ਕੀਤਾ, ਪ੍ਰਿੰਟ ਦੇ ਨਾਲ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਚੱਲਿਆ। ਹਾਂਜੀ ਮਾਨਿਕ ਜੀ, ਮੈਂ ਇੱਥੇ ਕਹਿ ਰਿਹਾ ਵੀ ਦੇਖੋ ਕੁਝ ਇਸ਼ਤਿਹਾਰ ਤੇ ਹੁੰਦੇ ਨੇ, ਮੈਨੂੰ ਲੱਗਦਾ ਵੀ ਰੈਲੇਵੈਂਟ ਹੁੰਦੇ। ਸਰਕਾਰ ਲੋਕਾਂ ਤੱਕ ਐਂਟੀ ਕਰਪਸ਼ਨ ਹੈਲਪਲਾਈਨ ਦਾ ਜੇ ਨੰਬਰ ਨਹੀਂ ਪਹੁੰਚਾਏਗੀ, ਲੋਕਾਂ ਨੂੰ ਪਤਾ ਕਿਵੇਂ ਲੱਗੇਗਾ? ਉਸੇ ਤਰੀਕੇ ਦੇ ਨਾਲ ਇੱਕ ਵਾਰ ਮੈਂ ਇਸ਼ਤਿਹਾਰ ਉੱਤੇ ਰਿਪੋਰਟ ਖੁਦ ਵੀ ਬਣਾਈ ਸੀ ਵੀ ਜਦੋਂ ਇਹਨਾਂ ਨੇ ਜਿਹੜੀ ਪੰਚਾਇਤੀ ਜ਼ਮੀਨਾਂ ਸੀ, ਸ਼ਾਮਲਾਟ ਦੀਆਂ ਜ਼ਮੀਨਾਂ, ਉਹਨਾਂ ਦੇ ਮੁਤਲਕ ਇੱਕ ਅਹਿਮ ਜਾਣਕਾਰੀ ਦੇਣੀ ਸੀ ਜਾਂ ਲੋਕਾਂ ਨੂੰ ਕਹਿ ਲਓ ਕਿ ਚੇਤਾਵਨੀ ਦਿੱਤੀ। ਬੇਸ਼ੱਕ ਹਫ਼ਤੇ ਬਾਅਦ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਉਹ ਡੇਟ ਪੋਸਟਪੋਨ ਕਰਤੀ ਗਈ, ਲੇਕਿਨ ਕਿਹਾ ਗਿਆ ਸੀ ਇਸ ਤਰੀਕ ਤੱਕ ਤੁਸੀਂ ਜਿਹੜੇ ਸ਼ਾਮਲਾਟ ਜ਼ਮੀਨਾਂ ਉੱਤੇ ਕਬਜ਼ੇ ਛੱਡ ਦਿਓ। ਸੋ ਕੁਝ ਤਾਂ ਇਸ਼ਤਿਹਾਰਾਂ ਤੇ ਕੁਝ ਸੂਚਨਾਵਾਂ ਦੇਣੀਆਂ ਤਾਂ ਸਰਕਾਰ ਦੇ ਲਈ ਲੋੜੀਂਦੀਆਂ ਹੁੰਦੀਆਂ ਨੇ, ਉਹਦੇ ਲਈ ਤਾਂ ਖਰਚੇ ਨੂੰ ਸ਼ਾਇਦ ਆਪਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ, ਲੇਕਿਨ ਪੁਆਇੰਟ ਉੱਥੇ ਖੜਾ ਹੁੰਦਾ ਹੈ ਕਿ ਕਿੰਨਾ ਖਰਚਾ ਹੋ ਰਿਹਾ ਹੈ, ਯਾਨੀ ਕਿ ਕੁਆਂਟਮ, ਯਾਨੀ ਕਿ ਇੱਕ ਪੂਰੇ ਪੇਜ ਦਾ ਜਿਹੜਾ ਇਸ਼ਤਿਹਾਰ ਹੈ ਉਹ ਦੇਣ ਲਈ ਕਿੰਨਾ ਖਰਚਾ ਆਇਆ। ਉਹ ਸੇਮ ਮੈਸੇਜ ਕੀ ਤੁਸੀਂ ਕੁਆਟਰ ਅਖਬਾਰ ਦੇ ਪੇਜ ਦੇ ਜ਼ਰੀਏ ਵੀ ਦੇ ਸਕਦੇ ਹੋ। ਫਿਰ ਜਿਹੜੇ ਤੁਸੀਂ ਕੁਝ ਐਡੀਟੋਰੀਅਲ ਪੇਜ ਹੀ ਖਰੀਦ ਲਏ, ਉਹਨਾਂ ਨੂੰ ਸਪਲੀਮੈਂਟ ਦੇ ਤੌਰ ਤੇ ਜਿਹੜਾ ਛਾਪਣਾ ਸ਼ੁਰੂ ਕੀਤਾ। ਤਾਂ ਇਸ ਤਰੀਕੇ ਦੀਆਂ ਪ੍ਰੈਕਟਿਸਿਸ ਜ਼ਿਆਦਾ ਆਬਜੈਕਸ਼ਨੇਬਲ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ। ਬਾਕੀ ਤੁਸੀਂ ਦੱਸੋ। ਤੁਹਾਡੀ ਗੱਲ ਬਿਲਕੁਲ ਠੀਕ ਹੈ ਲੱਖੀ ਜੀ। ਸਾਨੂੰ ਉਸ ਗੱਲ ਤੇ ਇਤਰਾਜ਼ ਨਹੀਂ ਕਿ ਸਰਕਾਰ ਨੇ ਕੋਈ ਇਸ਼ਤਿਹਾਰ ਨਹੀਂ ਦੇਣਾ, ਬਟ ਇੱਕ ਇਸ਼ਤਿਹਾਰ ਦੇਣ ਦਾ ਤਰੀਕਾ ਹੋਣਾ ਚਾਹੀਦਾ। ਜਿੱਦਾਂ ਤੁਸੀਂ ਦੇਖਦੇ ਹੋਵੋਗੇ ਪਿਛਲੇ 1 ਵੀਕ ਦੇ ਵਿੱਚ ਸਰਕਾਰ ਨੇ ਫਰੰਟ ਪੇਜ, ਫੁੱਲ ਪੇਜ, ਆਲ ਇੰਡੀਆ ਐਡੀਸ਼ਨ, ਸਾਰੇ ਅਖਬਾਰਾਂ ਦੇ ਵਿੱਚ 5 ਇਸ਼ਤਿਹਾਰ ਦਿੱਤੇ 1 ਵੀਕ ਦੇ ਵਿੱਚ, ਜਿਹਦਾ ਮੋਟਾ ਖਰਚਾ ਇੱਕ ਇਸ਼ਤਿਹਾਰ ਦਾ 5 ਤੋਂ 10 ਕਰੋੜ ਰੁਪਏ ਹੈ। ਤੇ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਆਪਾਂ ਐਂਟੀ ਕਰਪਸ਼ਨ ਲਾਈਨ ਦੀ, ਐਂਟੀ ਕਰਪਸ਼ਨ ਲਾਈਨ ਦਾ ਇਸ਼ਤਿਹਾਰ ਹੈਗਾ ਵਾਜਬ ਪੰਜਾਬ ਦੇ ਵਿੱਚ। ਜੋ ਕੁਆਟਰ ਪੇਜ ਦੇ ਕੇ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ, ਸਾਨੂੰ ਕੋਈ ਤਕਲੀਫ ਨਹੀਂ ਹੋਣੀ ਸੀ, ਪਰ ਐਂਟੀ ਕਰਪਸ਼ਨ ਲਾਈਨ ਪੰਜਾਬ ਦੀ, ਮੁੱਖ ਮੰਤਰੀ ਪੰਜਾਬ ਦਾ, ਉਹਨੂੰ ਪੈਨ ਇੰਡੀਆ ਦੇਣ ਦਾ ਕੀ ਮਤਲਬ? ਗੁਜਰਾਤ ਦੇ ਟੈਲੀਵਿਜ਼ਨਾਂ ਤੇ ਐਂਟੀ ਕਰਪਸ਼ਨ ਲਾਈਨ ਦਾ ਇਹਨਾਂ ਦਾ ਇਸ਼ਤਿਹਾਰ ਚੱਲਿਆ, ਹਿਮਾਚਲ ਦੇ ਟੈਲੀਵਿਜ਼ਨਾਂ ਤੇ ਐਂਟੀ ਕਰਪਸ਼ਨ ਲਾਈਨ ਦਾ ਇਸ਼ਤਿਹਾਰ ਚੱਲਿਆ। ਜਿਹੜੇ ਬੰਦੇ ਗੁਜਰਾਤ 'ਚ ਬੈਠੇ ਆ ਉਹਨਾਂ ਨੇ ਐਂਟੀ ਕਰਪਸ਼ਨ ਲਾਈਨ ਤੋਂ ਕੀ ਲੈਣਾ ਪੰਜਾਬ ਦੀ ਤੋਂ? ਜਿਹੜੇ ਬੰਦੇ ਹਿਮਾਚਲ 'ਚ ਬੈਠੇ ਆ, ਜਿਹੜੇ ਬੰਦੇ ਸਾਊਥ 'ਚ ਬੈਠੇ ਆ, ਉਹਨਾਂ ਨੇ ਐਂਟੀ ਕਰਪਸ਼ਨ ਲਾਈਨ ਤੋਂ ਕੀ ਲੈਣਾ? ਸਾਡੀ ਆਬਜੈਕਸ਼ਨ ਇਹੀ ਹੈ ਵੀ ਐਂਟੀ ਕਰਪਸ਼ਨ ਲਾਈਨ ਤੇ ਕੰਮ ਉਹਨਾਂ ਨਹੀਂ ਹੋਇਆ, ਪਰ ਤੁਸੀਂ 20-25 ਕਰੋੜ ਰੁਪਏ ਐਂਟੀ ਕਰਪਸ਼ਨ ਲਾਈਨ ਦਾ ਇਸ਼ਤਿਹਾਰ ਤੇ ਹੀ ਖਰਚਤਾ। ਮਤਲਬ ਇੱਥੇ ਆਬਜੈਕਸ਼ਨ ਹੁੰਦੀ ਹੈ। ਹੁਣ ਜਿਵੇਂ ਝੋਨੇ ਦੀ ਡਾਇਰੈਕਟ ਸੀਡਿੰਗ ਦੀ ਗੱਲ ਸੀ, ਡਾਇਰੈਕਟ ਸੀਡਿੰਗ ਦਾ ਇਹਨਾਂ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ 5-10 ਲੱਖ ਰੁਪਏ ਦਾ ਤਾਂ ਫਲੈਕਸੀ ਲਵਾਇਆ। ਉਸ ਤੋਂ ਬਾਅਦ ਇਹਨਾਂ ਨੇ 4 ਕਰੋੜ ਰੁਪਏ ਦਾ ਇਹਨਾਂ ਨੇ ਇਸ਼ਤਿਹਾਰ ਪੇਜਾਂ ਤੇ ਲਵਾਤਾ। ਤੇ ਜਿਹੜਾ ਉਹ ਬੋਨਸ, ਜਿਹੜਾ ਡਾਇਰੈਕਟ ਸੀਡਿੰਗ ਦਾ ਬੋਨਸ ਸੀ, ਉਹ ਹਜੇ ਤੱਕ ਕਿਸੇ ਨੂੰ ਮਿਲਿਆ ਨਹੀਂ, ਜਿਹੜਾ 1500 ਰੁਪਈਆ ਇਹਨਾਂ ਨੇ ਦੇਣਾ ਸੀ ਕਿੱਲੇ ਦਾ। ਮਤਲਬ ਤੁਸੀਂ 5-10 ਕਰੋੜ ਰੁਪਈਆ ਉਹ ਤੇ ਖਰਾਬ ਕਰਤਾ ਔਰ ਐਡ ਤੇ ਆਲਰੇਡੀ, ਬਟ ਹਜੇ ਤੱਕ ਜਿਹੜਾ ਉਹ ਬੈਨੀਫਿਟ ਮਿਲਣਾ ਸੀ ਕਿਸਾਨਾਂ ਨੂੰ ਉਹ ਮਿਲਿਆ ਨਹੀਂ, ਤੇ ਮੈਨੂੰ ਲੱਗਦਾ ਮਿਲਦਾ ਵੀ ਨਹੀਂ।
ਇਸੇ ਤਰੀਕੇ ਮਤਲਬ ਇਹਨਾਂ ਨੇ ਉਸ ਜਦੋਂ ਮੈਂ ਉਦੋਂ ਲਈ ਸੀ ਇਨਫੋਰਮੇਸ਼ਨ ਕਰੀਬ 60 ਦਿਨਾਂ ਦੇ ਵਿੱਚ ਮੋਟਾ 52-53 ਕਰੋੜ ਦੀ ਐਡ ਦਾ ਆ ਗਿਆ ਸੀਗਾ। ਉਸ ਤੋਂ ਇਲਾਵਾ ਫਲੈਕਸਾਂ ਦੇ ਅਲੱਗ ਸੀਗੇ, ਰੇਡੀਓ ਦੇ ਅਲੱਗ ਸੀਗੇ, ਬੱਸਾਂ ਦੇ ਅਲੱਗ ਸੀਗੇ, ਤੇ ਜਿਹੜੇ ਵੈਬਸਾਈਟਾਂ ਨੂੰ ਦਿੰਦੇ ਇਸ਼ਤਿਹਾਰ ਅਲੱਗ ਸੀਗੇ, ਤੇ ਹੋਰ ਬੜੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਆਪਾਂ ਅੱਗੇ ਡਿਸਕਸ ਕਰਦੇ ਹਾਂ ਹੌਲੀ ਹੌਲੀ। ਤੇ ਹਾਂਜੀ ਜੀ ਜੀ ਇੱਥੇ ਮਾਨਿਕ ਜੀ ਮੈਂ ਥੋੜਾ ਜਿਹਾ ਤੁਹਾਡੇ ਪਿਛੋਕੜ ਦੀ ਵੀ ਗੱਲ ਕਰਨੀ ਚਾਹਾਂਗਾ ਜ਼ਰੂਰ, ਕਿਉਂਕਿ ਤੁਸੀਂ ਵੀ ਸ਼ੁਰੂਆਤ ਦੇ ਵੀ ਸ਼ਾਇਦ ਕਿਸੇ ਸਟੇਜ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ। ਅਕਸਰ ਸਾਡੇ ਇੱਥੇ ਇੱਕ ਰਿਵਾਜ਼ ਜਿਹਾ ਹੁੰਦਾ ਹੈ, ਅਸੀਂ ਸਾਰੇ ਦੇਖਦੇ ਵੀ ਮਤਲਬ ਜੇ ਕੋਈ ਬੰਦਾ ਕਿਸੇ ਬਾਰੇ ਕੋਈ ਪੜਤਾਲ ਕਰਦਾ ਪਿਆ, ਇਨਵੈਸਟੀਗੇਸ਼ਨ ਕਰਦਾ ਪਿਆ, ਤਾਂ ਉਹਦਾ ਆਪਣਾ ਬੈਕਗਰਾਉਂਡ ਕੀ ਹੈ। ਸੋ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਵੀ ਲਿੰਕਡ ਰਹੇ, ਧਰਮਵੀਰ ਗਾਂਧੀ ਸਾਹਿਬ ਜੋ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੇ ਨਾਲ ਵੀ ਲਿੰਕਡ ਰਹੇ, ਤੇ ਇਹ ਵੀ ਮੰਨਿਆ ਜਾਂਦਾ ਵੀ ਜੀ ਆਪਾਂ ਸਰਕਾਰ ਦੇ ਮਗਰੀ ਪੈ ਗਏ ਹਨਾ, ਹਰ ਸਰਕਾਰ ਦੀ ਹਰ ਇਨਫੋਰਮੇਸ਼ਨ ਆਪਾਂ ਕਢਾਣੀ ਆਰਟੀਏ ਚ ਲੈਣੀ ਹੈ। ਉਹ ਚੰਗੀ ਗੱਲ ਹੈ ਵੀ ਤੁਹਾਡੀਆਂ ਜਿਹੜੀਆਂ ਸੂਚਨਾਵਾਂ ਕਢਾਈਆਂ ਜਾ ਰਹੀਆਂ ਨੇ, ਬੇਸਿਕਲੀ ਕੰਮ ਤਾਂ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਬਹੁਤ ਕਰ ਰਹੇ ਹੋਣਾ ਚਾਹੀਦਾ ਸੀ। ਹੋਰ ਵੀ ਬਹੁਤ ਸੇ ਵਰਗ ਆਪੋਜੀਸ਼ਨ ਪਾਰਟੀਆਂ ਤੱਕ ਤੁਹਾਡੀਆਂ ਆਰਟੀਏ ਇਨਫੋਰਮੇਸ਼ਨਾਂ ਨੂੰ, ਪੱਤਰਕਾਰ ਜਿਹੜਾ ਭਾਈਚਾਰਾ ਤੁਹਾਡੀਆਂ ਆਰਟੀਏ ਇਨਫੋਰਮੇਸ਼ਨਾਂ ਨੂੰ ਬੇਸ ਕਰ ਕਰਕੇ ਖਬਰਾਂ ਅਖਬਾਰਾਂ ਛਾਪਦੇ ਨੇ। ਇੱਕ ਮਿਸਫੋਰਚੂਨ ਹੈ ਵੀ ਲੋਕ ਖੁਦ ਕੰਮ ਕਰਕੇ ਰਾਜ਼ੀ ਨਹੀਂ। ਲੇਕਿਨ ਮੈਂ ਥੋੜਾ ਬੈਕਗਰਾਉਂਡ ਚਾਹਨਾ ਕਿ ਤੁਸੀਂ ਕਿਸੇ ਮਕਸਦ ਦੇ ਚੱਲਦੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਹੋ, ਜਾਂ ਉਹਨਾਂ ਦੀ ਜ਼ਿਆਦਾ ਸੂਚਨਾਵਾਂ ਜਗ ਜ਼ਾਹਰ ਕਰਦੇ ਹੋ, ਉਹ ਵਾਲੀਆਂ ਸੂਚਨਾਵਾਂ ਜੋ ਕਿ ਉਹਨਾਂ ਦੇ ਅਗੇਂਸਟ ਹੀ ਹੁੰਦੀਆਂ ਨੇ, ਜਾਂ ਜਿਨ੍ਹਾਂ ਵਿੱਚ ਉਹਨਾਂ ਦੀ ਕੋਈ ਕਮੀ ਹੀ ਹੁੰਦੀ ਹੈ। ਦੇਖੋ ਨਹੀਂ ਲੱਕੀ ਜੀ, ਇਹਦੇ ਚ ਇਹ ਹੈ ਵੀ ਦੇਖੋ ਪਹਿਲਾਂ ਆਪਾਂ ਕਹਿੰਦੇ ਸੀ ਵੀ ਸਰਕਾਰਾਂ ਆਪਾਂ ਨੂੰ ਪੁਰਾਣੀਆਂ ਦੇਖਦੇ ਆ ਰਹੇ ਸੀ, ਕਦੇ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ, ਸਾਰਿਆਂ ਨੇ ਉਹਨਾਂ ਦੀ ਵਰਕਿੰਗ ਦੇਖੀ ਸੀਗੀ। ਬਟ ਜਦੋਂ ਅਨਡਾਊਟਲੀ ਜਦੋਂ ਇੱਕ ਗਵਰਨਮੈਂਟ ਬਦਲਾਅ ਦਾ ਨਾਰਾ ਲੈ ਕੇ ਆਊਗੀ, ਜਦੋਂ ਇੱਕ ਸਰਕਾਰ ਐਥਿਕਸ ਦੀ ਗੱਲ ਕਰਕੇ ਆਉਂਦੀ ਹੈ ਕਿ ਸਾਡੇ ਏਦਾਂ ਐਥੀਕਲੀ ਅਸੀਂ ਏਦਾਂ ਸਹੀ ਹਾਂ, ਅਸੀਂ ਜਹਾਜ਼ ਨਹੀਂ ਚਲਾਉਣੇ ਜੀ, ਪੁਰਾਣੇ ਤਾਂ ਜਹਾਜ਼ ਚਲਾਉਂਦੇ ਸੀਗੇ, ਰੋਜ਼ ਚ ਉਤਰਦੇ ਨਹੀਂ ਸੀਗੇ, ਸਾਨੂੰ ਇਸ਼ਤਿਹਾਰ ਦੀ ਲੋੜ ਨਹੀਂ, ਅਸੀਂ ਤਾਂ ਗਰੀਬ ਬੰਦੇ ਆ, ਅਸੀਂ ਇਸ਼ਤਿਹਾਰਾਂ ਤੋਂ ਕੀ ਲੈਣਾ। ਫਿਰ ਅਨਡਾਊਟਲੀ ਉਹ ਜਿਹੜੀਆਂ ਗੱਲਾਂ ਨੇਗੀਆਂ ਤੁਹਾਡੇ ਮਾਈਂਡ ਚ ਆਉਂਦੀਆਂ ਨੇਗੀਆਂ। ਤੇ ਮੈਂ ਇਹਨਾਂ ਨਾਲ ਕੰਮ ਕੀਤਾ ਪਹਿਲਾਂ, ਮਤਲਬ 2014-15 ਦੇ ਵਿੱਚ, ਉਹ ਕੋਈ ਉਹਦੇ ਚ ਕੋਈ ਰੌਲਾ ਨਹੀਂਗਾ। ਬਟ ਉਹ ਜਦੋਂ ਚੀਜ਼ਾਂ ਤੁਸੀਂ ਐਥਿਕਸ ਦੀ ਗੱਲ ਕਰਕੇ ਆਉਣੇ ਹੋ, ਬਦਲਾਅ ਦੀ ਗੱਲ ਕਰਕੇ ਆਉਣੇ ਹੋ, ਸਾਰਾ ਕੁਝ ਕਰਕੇ ਆਉਣੇ ਹੋ, ਤੇ ਫਿਰ ਉਹ ਇੱਕ ਜ਼ਰੂਰੀ ਹੋ ਜਾਂਦੇ। ਤੁਹਾਡੀ ਗੱਲ ਠੀਕ ਹੈ, ਜਦੋਂ ਮੀਡੀਆ ਦਾ ਵੀ ਰੋਲ ਚਲੋ ਉਹ ਉਦਾਂ ਨਹੀਂ, ਉਹ ਆਰਟੀਆਈ ਦੇ ਥਰੂ ਜਾਂ ਇਨਫੋਰਮੇਸ਼ਨ ਨਹੀਂ ਲੈ ਰਹੇ, ਜਾਂ ਕਹਿ ਲਓ ਵੀ ਆਪੋਜੀਸ਼ਨ ਵੀ ਇੱਥੇ ਕੋਈ ਖਾਸ ਕੰਮ ਨਹੀਂ ਕਰ ਰਹੀ, ਢਿੱਲੀ ਹੈ, ਤੇ ਮੈਨੂੰ ਲੱਗਿਆ ਕਿ ਮੈਨੂੰ ਕਰਨਾ ਚਾਹੀਦਾ। ਤੇ ਉਹਦੇ ਚ ਮੈਂ ਆਪਣੇ ਰਾਈਟ ਤੇ ਹੀ ਪ੍ਰਯੋਗ ਕਰ ਰਿਹਾ, ਰਾਈਟ ਉਹਨੂੰ ਲੈ ਕੇ ਇੱਕ ਰੈਲੇਵੈਂਟ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਲੋਕਾਂ ਦੇ ਸਾਹਮਣੇ ਰੱਖ ਰਿਹਾ, ਜਿਹੜਾ ਕਿ ਮੈਨੂੰ ਲੱਗਦਾ ਕੁਛ ਇਹਦੇ ਚ ਗਲਤ ਨਹੀਂ ਹੈਗਾ, ਜਿਹੜਾ ਕਿ ਲੋਕਾਂ ਦਾ ਜਾਣਨ ਦਾ ਅਧਿਕਾਰ ਹੈਗਾ, ਜਿਹੜਾ ਕਿ ਲੋਕਾਂ ਦੇ ਜਿਹੜੀ ਪਬਲਿਕ ਐਕਸਚੇਕਰ ਦੀ ਮਨੀ ਹੈ, ਜਿਹੜਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੈ, ਜੋ ਕਿੱਥੇ ਲੱਗ ਰਿਹਾ ਹੈ, ਤੇ ਉਹਨੂੰ ਦਿਖਾਇਆ ਕਿਵੇਂ ਜਾ ਰਿਹਾ, ਕਿਵੇਂ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ, ਪਰ ਐਕਚੁਅਲ ਦੇ ਵਿੱਚ ਹੋ ਕੀ ਰਿਹਾ, ਇਹ ਲੋਕਾਂ ਦਾ ਜਾਣਨਾ ਹੱਕ ਹੈ। ਕੋਈ ਸਰਕਾਰ ਨੂੰ ਬਦਲੇ ਨੂੰ ਮੈਂ ਕਿਹੜਾ ਕੋਈ ਇਹਨਾਂ ਨੂੰ ਗਾਲਾਂ ਕੱਢਦਾ, ਜਾਂ ਮੈਂ ਕਿਹੜਾ ਕੋਈ ਇਹਨਾਂ ਨੂੰ ਬੈਕ ਬਚਿੰਗ ਕਰਦਾ, ਜਾਂ ਮੈਂ ਕਿਹੜਾ ਕੋਈ ਇਹਨਾਂ ਤੇ ਪਰਸਨਲ ਅਟੈਕ ਕਰਦਾ, ਜਾਂ ਇਹਨਾਂ ਦੇ ਕੋਈ ਫੈਮਿਲੀ ਬਾਰੇ ਬੋਲਦਾ। ਮੈਂ ਤੇ ਉਹ ਗੱਲ ਕਰਦਾ ਵੀ ਕਿੱਥੇ ਇਹ ਖਰਚ ਰਹੇ ਆ ਤੇ ਕੀ ਗੱਲ ਹੈ, ਤੇ ਲੋਕ ਆਪ ਡਿਸਾਈਡ ਕਰਦੇ ਆ। ਮੀਡੀਆ ਵਾਲੇ ਜਿਹੜੇ ਭਰਾ ਨੇ ਉਹ ਆਪ ਡਿਸਾਈਡ ਕਰਦੇ ਆ ਵੀ ਇਹਨਾਂ ਨੂੰ ਇਨਫੋਰਮੇਸ਼ਨ ਨੂੰ ਕਿਵੇਂ ਯੂਜ਼ ਕਰਨਾ, ਰੈਲੇਵੈਂਟ ਹੈਗੀ ਜਾਂ ਨਹੀਂ ਹੈਗੀ, ਮੈਂ ਤੇ ਪਬਲਿਕ ਡੋਮੇਨ ਚ ਪਾ ਦਿੰਦਾ। ਮਤਲਬ ਇਹੀ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ। ਹਾਂਜੀ ਜੀ, ਨਾਲ ਇਹ ਵੀ ਮੰਨਦਾ ਵੀ ਹੋਰ ਵੀ ਬਹੁਤ ਨੇ। ਮੈਂ ਮੰਨਦਾ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ, ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇਹੋ ਜਿਹੇ 5-4 ਬੰਦੇ ਹੋਣੇ ਚਾਹੀਦੇ ਜਿਹੜੇ ਕਿ ਆਰਟੀਆਈਜ਼ ਦੇ ਨਾਲ ਜਾਂ ਹੋਰ ਟੈਕਨੀਕਲੀ ਥੋੜੇ ਸਟਰੋਂਗ ਹੋਣ, ਉਹਨਾਂ ਨੂੰ ਥੋੜੀ ਜਿਹੀ ਨਿਗਾਹ ਰੱਖਣੀ ਚਾਹੀਦੀ ਹੈ, ਤੇ ਤਾਂ ਕਿ ਸਰਕਾਰ ਦਾ ਵੀ ਇਸ 'ਚ ਫਾਇਦਾ ਹੁੰਦਾ। ਦੇਖੋ ਜਦੋਂ ਆਪਾਂ ਕੋਈ ਇਨਫੋਰਮੇਸ਼ਨ ਲੈ ਕੇ ਆਉਣੇ, ਕਈ ਵਾਰ ਹੁੰਦਾ ਵੀ ਜ਼ਿਲ੍ਹੇ ਦੀ ਇਨਫੋਰਮੇਸ਼ਨ ਹੈ, ਸਰਕਾਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਫਸਰ ਕੀ ਕਰੀ ਜਾਂਦੇ, ਕਿੱਥੇ ਘਪਲੇ ਹੋਈ ਜਾਂਦੇ ਨੇ। ਜਦੋਂ ਇਨਫੋਰਮੇਸ਼ਨ ਬਾਹਰ ਆਉਂਦੀ ਹੈ ਉਦੋਂ ਸਰਕਾਰ ਵੀ ਜਾਗਦੀ ਹੈ। ਇਸੇ ਤਰੀਕੇ ਨਾਲ ਜੋ ਸਰਕਾਰ ਦੀ ਇਨਫੋਰਮੇਸ਼ਨ ਬਾਹਰ ਆਉਂਦੀ ਹੈ, ਡਿਪਾਰਟਮੈਂਟ ਅਲਰਟ ਹੁੰਦਾ ਵੀ ਹਾਂ ਪਬਲਿਕ ਡੋਮੇਨ 'ਚ ਇਨਫੋਰਮੇਸ਼ਨ ਆ ਗਈ, ਤੇ ਹੁਣ ਕੋਈ ਨਾ ਕੋਈ ਖਬਰ ਚੱਲੂ ਜਾਂ ਕੋਈ ਨਾ ਕੋਈ ਗਾਲਾਂ ਪੈਣਗੀਆਂ, ਤੇ ਕੰਮ ਨੂੰ ਥੋੜਾ ਠੀਕ ਕਰੋ। ਲੋਕਾਂ ਦਾ ਹੀ ਫਾਇਦਾ, ਸਰਕਾਰ ਦਾ ਹੀ ਫਾਇਦਾ, ਇਹਦੇ 'ਚ ਆਪਣਾ ਕੋਈ। ਹਾਂਜੀ, ਲੇਕਿਨ ਇਹ ਦੱਸੋ ਮਾਨਿਕ ਜੀ, ਤੁਸੀਂ ਬਹੁਤ ਇਸ਼ੂਜ਼ ਦੇ ਉੱਤੇ ਜਦੋਂ ਇਨਫੋਰਮੇਸ਼ਨ ਮੰਗੀ ਤੁਹਾਨੂੰ ਡਿਨਾਈ ਵੀ ਕਰਤੀ ਗਈ। ਆਪਾਂ ਹਲੇ ਇਸ਼ਤਿਹਾਰਬਾਜ਼ੀ ਦੇ ਖਰਚੇ ਤੋਂ ਇਹ ਚਰਚਾ ਸ਼ੁਰੂ ਕੀਤੀ ਸੀ, ਮੈਂ ਉਸ ਉੱਤੇ ਦੁਬਾਰਾ ਜ਼ਰੂਰ ਆਵਾਂਗਾ। ਲੇਕਿਨ ਇੱਥੇ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਵੀ ਨਹੀਂ ਗਈ। ਮਿਸਾਲ ਦੇ ਤੌਰ ਤੇ ਸ਼ਾਇਦ ਹੈਲੀਕਾਪਟਰਾਂ ਦੀ ਜਦੋਂ ਮੁੱਖ ਮੰਤਰੀ ਦੀ ਫੇਰੀਆਂ ਬਾਰੇ ਤੁਸੀਂ ਪੁੱਛਿਆ, ਡਿਨਾਈ ਕਰਤੀ ਗਈ ਇਨਫੋਰਮੇਸ਼ਨ। ਖੈਰ ਉਹ ਮੈਨੂੰ ਲੱਗਦਾ ਤੁਸੀਂ ਪਾਈ ਸੀ ਜਾਂ ਨਹੀਂ ਪਾਈ ਸੀ, ਲੇਕਿਨ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਵੀ ਸ਼ਾਇਦ ਕੋਈ ਇਨਫੋਰਮੇਸ਼ਨ ਕਿਸ ਨੇ ਮੰਗੀ ਸੀ, ਉਹ ਵੀ ਸ਼ਾਇਦ ਨਹੀਂ ਦਿੱਤੀ ਗਈ। ਸੋ ਇਹ ਜਿਹੜੇ ਡਿਨਾਇਲਸ ਹੋ ਰਹੇ ਨੇ, ਤੁਹਾਨੂੰ ਲੱਗਿਆ ਵੀ ਇਹ ਬਹਾਨੇਬਾਜ਼ੀ ਸੀ, ਇਹ ਮੁੱਖ ਮੰਤਰੀ ਦੀ ਸੁਰੱਖਿਆ ਦਾ ਐਡਾ ਵੱਡਾ ਇਸ਼ੂ ਨਹੀਂ ਸੀ ਜਿੱਦਾਂ ਕਿ ਉਹ ਖਰਚਿਆਂ ਨੂੰ ਉਹਨਾਂ ਦੇ ਉੱਤੇ ਪਰਦਾ ਪਾਉਣ ਦੀ ਗੱਲਬਾਤ ਸੀ? ਲੱਕੀ ਜੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਨਹੀਂ ਹੁਣ ਕੋਈ ਆਰਟੀਆਈ ਦਾ ਜਵਾਬ ਦੇ ਰਿਹਾ। ਉਹਦੀਆਂ ਅਪੀਲਾਂ ਨੇਗੀਆਂ, ਹੁਣ ਮੇਰੀਆਂ 6 ਅਪੀਲਾਂ ਨੇਗੀਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀਆਂ ਕਮਿਸ਼ਨ ਦੇ ਵਿੱਚ ਅਗਲੇ ਮਹੀਨੇ, ਤੇ ਕੋਈ ਵੀ ਆਰਟੀਆਈ ਦਾ ਜਵਾਬ ਨਹੀਂ ਦੇ ਰਹੇ। ਇਹ ਗੋਲ ਕਰੀ ਜਾਂਦੇ ਗੱਲਾਂ ਨੂੰ। ਤੇ ਉਸ ਤੋਂ ਬਾਅਦ ਜਿਹੜੀ ਖਰਚੇ ਦੀ ਗੱਲ ਹੈ, ਪਹਿਲਾਂ ਜਿਹੜੀ ਭਗਵੰਤ ਮਾਨ ਜੀ ਗੱਲਾਂ ਕਰਦੇ ਸੀਗੇ, ਚੰਨੀ ਨੇ ਹੈਲੀਕਾਪਟਰ ਨੂੰ ਰੇੜਾ ਬਣਾ ਰੱਖਿਆ ਹੈਗਾ,
ਇਹਦੀ ਚਾਬੀ ਖੋ ਯਾਰ ਕੋਈ, ਉਹ ਸਾਰੀ ਇਨਫੋਰਮੇਸ਼ਨ, ਜਾਂ ਬਾਦਲ ਦੇ ਹੈਲੀਕਾਪਟਰ ਦੇ ਗੇੜਿਆਂ ਦੀ ਉਹ ਗੱਲ ਕਰਦੇ ਸੀ, ਉਹ ਸਾਰੀ ਇਨਫੋਰਮੇਸ਼ਨ ਕੋਈ ਡਿਪਾਰਟਮੈਂਟ ਨੇ ਨਹੀਂ ਦਿੱਤੀ ਸੀ, ਉਹ ਸਾਰੀ ਇਨਫੋਰਮੇਸ਼ਨ ਦਾ ਬੇਸ ਆਰਟੀਆਈਜ਼ ਹੀ ਸੀ। ਮਤਲਬ ਮੈਂ ਇਹ ਗੱਲ ਦੇ ਵਿੱਚ ਕਹਿੰਦਾ ਸਰਕਾਰਾਂ ਪਿਛਲੀਆਂ ਮਾੜੀਆਂ ਚੰਗੀਆਂ, ਬਟ ਉਹਨਾਂ ਨੇ ਆਰਟੀਆਈ ਦਾ ਇੰਨਾ ਬੁਰਾ ਹਾਲ ਨਹੀਂ ਕੀਤਾ ਸੀ ਕਦੇ। ਇਨਫੋਰਮੇਸ਼ਨ ਲੈਣ 'ਚ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ ਸੀ। ਹੁਣ ਤੇ ਇਨਫੋਰਮੇਸ਼ਨ ਬਿਲਕੁਲ ਬਲੌਕ ਹੀ ਕਰ ਦਿੱਤੀ ਹੈ। ਮਤਲਬ ਡਿਪਾਰਟਮੈਂਟ ਦੇ ਵਿੱਚੋਂ ਕਈ ਅਫਸਰ ਵੀ ਦੁਖੀ ਹੈ, ਉਹ ਵੀ ਫੋਨ ਕਰਦੇ ਵੀ ਸਾਨੂੰ ਤੇ ਵਰਬਲ ਆਰਡਰਸ ਹੈ ਕਿ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਹੋਈ ਨਹੀਂ। ਮਤਲਬ ਇਸੇ ਤਰੀਕੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਇਹ ਸਾਰੀ ਕਿਵੇਂ ਉਹ ਹੁੰਦੀ ਹੈ, ਮਤਲਬ ਇਹ ਇਨਫੋਰਮੇਸ਼ਨ ਦਾ ਜਿਹੜਾ ਲੋਕਾਂ ਦਾ ਹੱਕ ਹੈ ਜਿਹੜੀ 30 ਦਿਨਾਂ ਦੇ ਵਿੱਚ ਆਰਟੀ ਦੇ ਥਰੂ ਹੈ, ਉਹ ਕੋਈ ਅਸੀਂ ਕਿਸੇ ਦੀ ਪ੍ਰਾਈਵੇਟ ਇਨਫੋਰਮੇਸ਼ਨ ਨਹੀਂ ਮੰਗਦੇ ਪਏ, ਉਹ ਕੋਈ ਅਸੀਂ ਇਦਾਂ ਨਹੀਂ ਪੁੱਛਦੇ ਪਏ ਕਿ ਤੁਸੀਂ ਪਰਸਨਲ ਲਾਈਫ ਦੇ ਵਿੱਚ ਕੀ ਕਰਦੇ ਹੋ। ਉਹ ਇਨਫੋਰਮੇਸ਼ਨ ਜਦੋਂ ਜਿਹੜੇ ਹੈਲੀਕਾਪਟਰਾਂ ਦੇ ਖਰਚੇ ਹੈਗੇ ਨੇ, ਇਹ ਤਾਂ ਮਤਲਬ ਸੁਰੱਖਿਆ ਦਾ ਕੀ ਲਿੰਕ ਹੈ, ਲੇਕਿਨ ਉਹਨੂੰ ਸੁਰੱਖਿਆ ਦਾ ਬੇਸ ਬਣਾ ਕੇ ਡਿਨਾਈ ਕੀਤਾ ਗਿਆ ਤੁਹਾਨੂੰ। ਪਹਿਲਾਂ ਕਦੇ ਇਹੋ ਜਿਹੀ ਦਿੱਕਤ ਨਹੀਂ ਆਈ? ਹੈਲੀਕਾਪਟਰ ਦਾ ਜਿਹੜਾ ਹੈਗਾ, ਹੈਲੀਕਾਪਟਰ ਦਾ ਅਸੀਂ ਇਹੀ ਮੰਗਿਆ ਸੀ ਕਿ ਹੈਲੀਕਾਪਟਰ ਦਾ ਕੀ ਖਰਚਾ ਹੋਇਆ ਇੰਨੇ ਇੱਕ ਟਾਈਮ ਫਰੇਮ ਦੇ ਵਿੱਚ, ਇੰਨਾ ਕੀ ਖਰਚਾ ਹੋਇਆ, ਕੀ ਇਹਦੇ ਰਿਪੇਅਰ ਦਾ ਖਰਚਾ ਹੋਇਆ, ਤੇ ਕੀ ਇਹਦੇ ਜਿਹੜੇ ਆਪਣੇ ਪਾਇਲਟਸ ਨੇ ਉਹਨਾਂ ਦਾ ਕੀ ਖਰਚਾ ਹੈਗਾ, ਕੀ ਇਹਦੇ ਜਿਹੜਾ ਫਿਊਲ ਆ ਉਹ ਤੇ ਕੀ ਖਰਚਾ ਹੈ। ਇਹ ਸਾਰੇ ਖਰਚੇ ਦੇ ਵਿੱਚ ਸਿਕਿਉਰਿਟੀ ਕਿੱਥੋਂ ਆ ਗਈ? ਇਸ ਤੇ ਪਾਸਟ ਦਾ ਮੰਗਿਆ ਸੀ ਨਾ। ਜਿਹੜੀਆਂ ਆਲਰੇਡੀ ਚੀਜ਼ਾਂ ਹੋ ਚੁੱਕੀਆਂ ਉਹ ਤਾਂ ਲੋਕਾਂ ਤੁਸੀਂ ਜਿਹੜਾ ਪੈਸਾ ਖਰਚ ਚੁੱਕਿਆ। ਹੋਰ ਦੇਖੋ ਤਰਾਸਦੀ ਦੇਖੋ, ਇੱਥੇ ਭਗਵੰਤ ਮਾਨ ਜੀ ਕਹਿ ਰਹੇ ਆ, ਭਗਵੰਤ ਮਾਨ ਜੀ ਨੂੰ ਇੱਕ ਜਰਨਲਿਸਟ ਨੇ ਪੁੱਛਿਆ ਕਿ ਤੁਸੀਂ ਇਸ ਮਤਲਬ ਜਿਹੜੀ ਆਰਟੀਆਈ ਇਸ ਤਰ੍ਹਾਂ ਦੀ ਫਾਈਲ ਕੀਤੀ ਹੈ ਮਾਨਿਕ ਗੋਇਲ ਨੇ, ਤੇ ਉਹ ਤੁਸੀਂ ਜਵਾਬ ਨਹੀਂ ਦਿੱਤਾ। ਉਹਨਾਂ ਕਹਿੰਦੇ ਜੀ ਕੋਈ ਖਰਚੇ ਹੁੰਦੇ ਆ, ਲੋਕਾਂ ਦੇ ਮੁੱਦੇ ਨਹੀਂ ਹੈਗੇ। ਬਟ ਜਦੋਂ ਤੁਸੀਂ ਚੰਨੀ ਹੋਰਾਂ ਵੇਲੇ ਜਾਂ ਕੈਪਟਨ ਹੋਰਾਂ ਵੇਲੇ ਜਾਂ ਬਾਦਲਾਂ ਵੇਲੇ ਗੱਲਾਂ ਕਰਦੇ ਸੀ, ਉਦੋਂ ਉਹ ਲੋਕਾਂ ਦੇ ਮੁੱਦੇ ਸੀ। ਇਹਨਾਂ ਦਾ ਇੱਕ ਮਿਨਿਸਟਰ ਨੂੰ ਧਾਲੀਵਾਲ, ਮਿਸਟਰ ਧਾਲੀਵਾਲ ਜਿਹੜੇ ਪੰਚਾਇਤੀ ਮਿਨਿਸਟਰ ਨੇਗੇ, ਤੇ ਉਹਨਾਂ ਨੂੰ ਵੀ ਇੱਕ ਜਰਨਲਿਸਟ ਨੇ ਪੁੱਛਿਆ ਕਿ ਇਦਾਂ ਮਾਨਿਕ ਗੋਇਲ ਦੇ ਜਿਹੜੀ ਆਰਟੀਆਈ ਹੈ ਉਹਨੂੰ ਡਿਨਾਈ ਕਰ ਦਿੱਤਾ ਹੈਲੀਕਾਪਟਰ ਵਾਲੀ। ਉਹ ਕਹਿੰਦੇ ਨਹੀਂ ਜੀ ਤਾਂ ਦੇਣੀ ਪਊਗੀ, ਲੋਕਾਂ ਦਾ ਖਰਚਾ ਤਾਂ ਦੇਣੀ ਪਊਗੀ। ਮਤਲਬ ਇਹ ਆਪਸ 'ਚ ਹੀ ਇੱਕ ਦੂਜੇ ਨੂੰ, ਮਿਨਿਸਟਰ ਕਹੀ ਜਾਂਦੇ ਵੀ ਦੇਣੀ ਪਊਗੀ, ਭਗਵੰਤ ਮਾਨ ਜੀ ਕਹਿ ਰਹੇ ਲੋਕਾਂ ਦਾ ਮੁੱਦਾ ਨਹੀਂ ਹੈ। ਪਰ ਸੱਚਾਈ ਇਹ ਹੈ ਲਾਅ ਦੇ ਅਕੋਰਡਿੰਗ, ਐਕਟ ਦੇ ਅਕੋਰਡਿੰਗ, ਵੀ ਜਿਹੜਾ ਪਬਲਿਕ ਦਾ ਖਰਚਾ ਹੋਇਆ, ਪਬਲਿਕ ਦੇ ਪੈਸਿਆਂ ਤੇ ਤੁਸੀਂ ਕੁਝ ਵੀ ਕੀਤਾ, ਉਹ ਇਨਫੋਰਮੇਸ਼ਨ ਤੁਹਾਨੂੰ ਦੇਣੀ ਪਊਗੀ। ਅੱਜ ਨਹੀਂ ਕੱਲ ਨੂੰ ਤਾਂ ਦੇਣੀ ਪਊਗੀ, ਜਿੰਨਾ ਮਰਜ਼ੀ ਬਚ ਲੈਣ। ਹਾਂਜੀ, ਤੁਸੀਂ ਕਿਹਾ ਤੁਹਾਡੀਆਂ 6 ਜਿਹੜੀਆਂ ਅਪੀਲਾਂ ਪਈਆਂ ਨੇ, ਕਿਸ ਕਿਸਮ ਦੀ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਸਿੱਧੇ ਮਨਾ ਕੀਤੀ ਜਾ ਰਹੀ ਹੈ? ਅਪੀਲਾਂ ਦੇ ਵਿੱਚ ਤੁਸੀਂ ਗਏ ਹੋ, ਅਫਸਰਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ। ਦੇਖੋ, ਜਿੱਦਾਂ ਮੈਂ ਸਿਕਿਉਰਿਟੀ, ਮੈਂ ਖਰਚਾ ਮੰਗਿਆ ਸੀ ਇੱਕ ਤਜਿੰਦਰ ਬੱਗਾ ਦਾ, ਕਿ ਜਿਹੜਾ ਉਦੋਂ ਇਹਨਾਂ ਨੇ ਉਹ ਪ੍ਰੋਗਰਾਮ ਜਿਹਾ ਕੀਤਾ ਸੀਗਾ ਸਾਰਾ, ਕਿ ਅਸੀਂ ਉਹਨੂੰ ਫੜ ਕੇ ਲੈ ਕੇ ਆਉਣਾ, ਇੱਧਰੋਂ ਪੂਰੀ 50 ਭੇਜੇ, 50 ਗੱਡੀਆਂ ਭੇਜੀਆਂ। ਉਹ ਰਸਤੇ 'ਚ ਉਹ ਪੇਚਾ ਪੈ ਗਿਆ ਆਪਣੇ ਹਰਿਆਣੇ ਦੀ ਪੁਲਿਸ ਨਾਲ। ਉਸ ਤੋਂ ਬਾਅਦ ਕੇਸ ਚੱਲੀ ਜਾਂਦਾ ਦਿੱਲੀ। ਉਸ ਤਰ੍ਹਾਂ ਦੀ ਉਹਦਾ ਪੁੱਛਿਆ ਸੀ ਵੀ ਇਹੋ ਜਿਹੇ ਜਿਹੜੇ ਤੁਸੀਂ ਇੱਕ ਪੋਸਟਾਂ ਕਰਕੇ ਤੁਸੀਂ ਕਿਸੇ ਨੂੰ ਫੜਨ ਜਾਂਦੇ, ਤੇ ਉਹਦਾ ਕੀ ਖਰਚਾ, ਇਦਾਂ ਦੀ ਇਨਫੋਰਮੇਸ਼ਨ ਹੋ ਗਈ। ਉਸ ਤੋਂ ਬਾਅਦ ਐਂਟੀ ਕਰਪਸ਼ਨ ਲਾਈਨ ਦੀ ਇਨਫੋਰਮੇਸ਼ਨ ਹੋ ਗਈ, ਉਹ ਵੀ ਇਦਾਂ ਹੀ ਸਿਕਿਉਰਿਟੀ ਕਹਿ ਕੇ ਡਿਨਾਈ ਕਰ ਦਿੱਤੀ ਗਈ। ਇਸੇ ਤਰੀਕੇ ਨਾਲ ਜਿਹੜੀ ਹੈਲੀਕਾਪਟਰ ਦੇ ਖਰਚਿਆਂ ਦੀ ਹੈ, ਉਹ ਵੀ ਇਦਾਂ ਸਿਕਿਉਰਿਟੀ ਕਹਿ ਕੇ ਡਿਨਾਈ ਕਰ ਦਿੱਤੀ ਗਈ। ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਬੇਸ਼ਰਮ ਹੋਇਆ। ਮਤਲਬ ਮੈਂ ਇਹ ਵਰਡ ਇਸੇ ਲਈ ਕਹਿ ਰਿਹਾ ਕਿ ਉਹ ਡਿਨਾਈ ਵੀ ਨਹੀਂ ਕਰ ਰਹੇ ਤੇ ਦੇ ਵੀ ਨਹੀਂ ਦੇ। ਇਹ ਸੂਚਨਾ ਤੇ ਲੋਕ ਸੰਪਰਕ ਜਿਹੜਾ ਵਿਭਾਗ ਹੈ, ਉਹਦੀ ਜਿਹੜੀ ਭੂਮਿਕਾ ਜਾਂ ਇਹ ਜਿਹੜੀ ਇਸ਼ਤਿਹਾਰ ਦੇਣ ਦੀ ਗੱਲਬਾਤ ਹੈ, ਕਿਉਂਕਿ ਦੇਖੋ ਇਹਦੀ ਬੜੀ ਸੀਰੀਅਸ ਡਾਇਮੈਂਸ਼ਨ। ਹੁਣ ਆਪਾਂ ਵਾਪਸ ਉਸ ਮੁੱਦੇ ਉੱਤੇ ਆਉਂਦੇ ਹਾਂ ਕਿ ਜਦੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਕਰੋੜਾਂ ਰੁਪਏ ਦੇ ਇਸ਼ਤਿਹਾਰ ਸਰਕਾਰ ਦੀ ਇਮੇਜ ਨੂੰ ਚਮਕਾਉਣ ਲਈ, ਉਹ ਮਤਲਬ ਪੋਲਿਸ਼ ਕਰਨ ਲਈ ਤਾਂ ਉਸਦੀ ਇਮੇਜ ਨੂੰ ਵਰਤੀ ਜਾ ਰਹੇ ਨੇ। ਲੇਕਿਨ ਇਸ ਦੇ ਨਾਲ ਇਹਦਾ ਜਿਹੜਾ ਦੂਸਰਾ ਪੱਖ ਹੈ, ਜਿਹੜਾ ਜ਼ਿਆਦਾ ਖਤਰਨਾਕ ਤੇ ਮਾਰੂ ਪੱਖ ਹੈ, ਉਹ ਇਹ ਹੈ ਤੁਸੀਂ ਮੀਡੀਆ ਦੇ ਅਦਾਰਿਆਂ ਨੂੰ ਇਹਨਾਂ ਇਸ਼ਤਿਹਾਰਾਂ ਦੇ ਬੋਝ ਦੇ ਥੱਲੇ, ਆਪਣੇ ਅਹਿਸਾਨ ਦੇ ਥੱਲੇ ਦਬਾ ਰਹੇ ਹੋ। ਹੁਣ ਮੁੱਦਾ ਇੱਥੇ ਥੋੜੀ ਜ਼ਿਆਦਾ ਡਾਇਮੈਂਸ਼ਨ ਆ ਜਾਏਗੀ ਵੀ ਅਖਬਾਰਾਂ ਦੇ ਵਿੱਚ ਤੁਹਾਡੇ ਖਿਲਾਫ ਖਬਰਾਂ ਛਪਣੀਆਂ ਬੰਦ ਹੋ ਜਾਣ, ਪੂਰੇ ਦੇ ਪੂਰੇ ਅਖਬਾਰ ਦੇ ਪੇਜ ਤੁਸੀਂ ਖਰੀਦ ਲੈਣੇ, ਉੱਥੇ ਸਪੇਸ ਬੇਸਿਕਲੀ ਬਾਏ ਕਰਦੇ ਪਏ ਹੋ। ਠੀਕ ਹੈ, ਮਾਡਲ ਕੋਡ ਆਫ ਕੰਡਕਟ ਨਹੀਂ ਲੱਗਿਆ ਹੋਇਆ, ਨਹੀਂ ਤਾਂ ਜੇ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਵੇ ਸ਼ਾਇਦ ਇਲੈਕਸ਼ਨ ਕਮਿਸ਼ਨ ਤੁਹਾਡੇ ਤੋਂ ਸਵਾਲ ਜਵਾਬ ਕਰੇ। ਲੇਕਿਨ ਕਿਉਂਕਿ ਮਾਡਲ ਕੋਡ ਆਫ ਕੰਡਕਟ ਨਾ ਹੋਣ ਦੇ ਕਾਰਨ ਅਖਬਾਰਾਂ ਦੇ ਵਿੱਚ ਕੀ ਛਪ ਰਿਹਾ ਹੈ, ਕਿਹੜੇ ਕੋਡ ਦੇ, ਮਤਲਬ ਤੁਸੀਂ ਦੇਖੋ ਜਰਨਲਿਸਟਿਕ ਕੋਡ ਜਿਹੜਾ ਆਪਣਾ ਐਥਿਕਸ ਦਾ ਕੋਡ ਹੈਗਾ, ਉਹਦੇ ਵਿੱਚ ਤੁਸੀਂ ਇਸ ਤਰੀਕੇ ਦੀ ਜਿਹੜੀ ਸ਼ੈਲੀ ਵਰਤੀ ਹੈ। ਪਹਿਲਾਂ ਤਾਂ ਚਲੋ ਸਪਲੀਮੈਂਟ ਹੁੰਦੇ ਸੀਗੇ, ਜਾਂ ਨਾ ਕੋਈ ਬਿਜ਼ਨਸ ਹਾਊਸ ਹੁੰਦਾ ਸੀ, ਕੋਈ ਸਪਲੀਮੈਂਟ ਛਾਪ ਦਿਆ ਕਰਦਾ ਸੀਗਾ। ਲੇਕਿਨ ਆਹ ਤਾਂ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਪੂਰੇ ਦੇ ਪੂਰੇ ਜਿਹੜੇ ਐਡੀਟੋਰੀਅਲ ਹੈਗੇ ਨੇ, ਉਹਨਾਂ ਨੂੰ ਐਡਵਰਟੋਰੀਅਲ ਬਣਾ ਦਿੱਤਾ ਗਿਆ ਹੈ ਤੇ ਖੁੱਲੇਆਮ ਥੱਲੇ ਛੋਟਾ ਜਿਹਾ ਇੱਕ ਲਾਈਨ ਐਡ ਕਰਤੀ ਜਾਂਦੀ ਹੈ। ਸੋ ਇਹਦੇ ਉੱਤੇ ਜਿਹੜਾ ਖਰਚਾ ਕੀਤਾ ਉਹਦੇ ਬਾਰੇ ਥੋੜਾ ਜਿਹਾ ਸਾਂਝਾ ਕਰੋ ਵੀ ਕੀ ਕੁਝ ਮਿਲਿਆ, ਤੇ ਇਹ ਚੀਜ਼ਾਂ ਤਾਂ ਹੁਣ ਐਕਸਪੋਜ਼ ਹੋ ਰਹੀਆਂ ਨੇ ਜੋ ਲੱਛਣ ਸਰਕਾਰ ਦੇ ਹੈਗੇ ਨੇ। ਜਦੋਂ ਮੇਰੇ ਕੋਲ ਇਨੀਸ਼ੀਅਲ ਇਨਫੋਰਮੇਸ਼ਨ ਆਈ ਸੀ, ਉਸ ਤੋਂ ਬਾਅਦ ਆਰਟੀਆਈ ਤਾਂ ਹਜੇ ਟਾਈਮ ਲੱਗ ਜਾਂਦਾ, ਜਦੋਂ ਕਮਿਸ਼ਨ ਦੇ ਵਿੱਚ ਜਾਂਦੀ ਹੈ ਕਰੀਬ 4-5 ਮਹੀਨੇ ਦਾ ਟਾਈਮ ਲੱਗ ਜਾਂਦਾ। ਉਹ ਵੀ ਇੱਕ ਹੈਗਾ ਕਿ ਉਹ ਤਾਂ ਕਈ ਵਾਰ ਕਈ ਇਨਫੋਰਮੇਸ਼ਨ ਇਰਰੈਲੇਵੈਂਟ ਵੀ ਹੋ ਜਾਂਦੀ। ਚਲੋ ਆਪਾਂ ਉਹ ਤੇ ਹੋਣੇ। ਮੇਰੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਿੰਨੇ ਵੀ ਅਖਬਾਰ ਨੇਗੇ ਸਾਰਿਆਂ ਨੂੰ ਇਹ ਕਿਹਾ ਗਿਆ ਕਿ ਆਲਟਰਨੇਟ ਡੇਜ਼ ਤੇ ਤੁਸੀਂ ਇਦਾਂ ਦੇ ਖਬਰਨੁਮਾ ਪੇਜ ਬਣਾ ਕੇ ਪੂਰੇ ਦਾ ਪੂਰਾ ਆਪਦੇ ਅਖਬਾਰ ਦੇ ਵਿੱਚ ਲਾਉਣਾ।
ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਇਹ ਪ੍ਰੈਫਰ ਕਰੋ ਕਿ ਇਹਦੇ ਉੱਤੇ ਐਡਵਰਟੋਰੀਅਲ ਨਾ ਲਿਖਿਆ ਜਾਵੇ, ਤੇ ਜਿਹੜੀਆਂ ਇਹਦੀ ਖਬਰਾਂ ਵੀ ਨੇ ਉਹਦੇ ਵਿੱਚ ਵੀ ਤੁਸੀਂ ਪੱਤਰਕਾਰਾਂ ਦੇ ਨਾਮ ਪਾਓ ਆਪਦੇ, ਮਤਲਬ ਤਾਂ ਕਿ ਬਿਲਕੁਲ ਹੀ ਪਤਾ ਹੀ ਨਾ ਲੱਗੇ ਲੋਕਾਂ ਨੂੰ ਕਿ ਹੋ ਕੀ ਰਿਹਾ। ਤੇ ਬਹੁਤ ਸਾਰੇ ਬਹੁਤੇ ਅਖਬਾਰਾਂ ਨੂੰ, ਪੰਜਾਬੀ ਹਿੰਦੀ ਅਖਬਾਰਾਂ ਨੇ ਜਿਹੜੇ ਜਾਣੇ ਪਛਾਣੇ ਆ, ਉਹਨਾਂ ਨੇ ਇਹ ਕੀਤਾ ਵੀ। ਚੰਗੇ ਅਖਬਾਰਾਂ ਨੇ ਪੱਤਰਕਾਰਾਂ ਦੇ ਨਾਲ ਇਹ ਖਬਰਾਂ ਲਿਖਾਉਣ ਰਿਹਾ ਸੀ, ਇਹ ਖਬਰਾਂ ਲਿਖ ਅਖਬਾਰਾਂ ਦੇ ਪੱਤਰਕਾਰ ਜਾਂ ਉਹਨਾਂ ਦੇ ਜਿਹੜੇ ਐਡੀਟੋਰੀਅਲ ਤੇ ਲੋਕ ਲਿਖਦੇ ਨੇ, ਜਾਂ ਇਹ ਲਿਖੀਆਂ ਲਿਖਾਈਆਂ ਆਉਂਦੀਆਂ ਨੇ? ਨਹੀਂ, ਲਿਖੇ ਲਿਖਾਏ ਨਹੀਂ, ਬਣੇ ਬਣਾਏ ਪੇਜ ਹੈ ਜੀ। ਇਹਨਾਂ ਦੇ ਸਾਰੇ ਇਨ ਹਾਊਸ ਬਣਾਉਂਦੇ ਨੇਗੇ। ਉੱਥੇ ਇਹਨਾਂ ਨੇ ਟੀਮ ਰੱਖੀ ਹੋਈ ਆ ਪੂਰੀ, ਜਿਹਨੂੰ ਦਿੱਲੀ ਤੋਂ ਵੀ ਨੇ ਕੁਝ ਬੰਦੇ ਪੰਜਾਬ ਤੋਂ ਵੀ ਨੇ, ਜਿਹੜੇ ਇਹਨਾਂ ਨੇ ਹੁਣ ਕੁਝ ਇਹਨਾਂ ਦੇ ਆਪਦੇ ਬੰਦੇ ਵੀ ਨੇ ਜਿਹੜੇ ਇਹਨਾਂ ਨੇ ਫਿੱਟ ਕੀਤੇ ਲੱਖ 1.5 ਲੱਖ ਤਨਖਾਹ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿੱਚ, ਜਿਹਦੇ ਚੋਂ ਇੱਕ ਰਾਘਵ ਚੱਡਾ ਜੀ ਦੇ ਪੀਏ ਵੀ ਨੇਗੇ। ਤੇ ਉਹ ਕਈ ਆਉਂਦੇ ਆ, ਕਈ ਨਹੀਂ ਆਉਂਦੇ, ਉਹ ਵੀ ਅੰਦਰਲੇ ਤੁਹਾਨੂੰ ਦੱਸਦੇ ਵੀ ਉਹਨਾਂ ਚੋਂ ਬਹੁਤੇ ਬੰਦੇ ਤਾਂ ਆਉਂਦੇ ਹੀ ਨਹੀਂ। ਉਹਨਾਂ ਨੂੰ ਆਈ ਨਹੀਂ ਪਤਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਕਿ ਬੰਦੇ ਹੈ ਕਿੱਥੇ ਆ, ਉਹਨਾਂ ਨੂੰ ਆਈ ਨਹੀਂ ਪਤਾ ਕਿ ਬੰਦੇ ਰਹਿੰਦੇ ਕਿੱਥੇ ਆ। ਉਹਨਾਂ ਕੋਲੇ ਮਹੀਨੇ ਤੋਂ ਬਾਅਦ ਇੱਕ ਹਾਜ਼ਰੀ ਆ ਜਾਂਦੀ ਹੈ ਵੀ ਹਾਂ ਲੱਗੀ ਹੈ, ਤੇ ਪੇ ਉਹਨਾਂ ਦੀ ਪੈ ਜਾਂਦੀ ਹੈ। ਤੇ ਚਲੋ ਆਪਾਂ ਤਨਖਾਹ ਦੇ ਰਹੇ ਨੇ, ਬੰਦਿਆਂ ਦੀ ਹਾਜ਼ਰੀ ਨਹੀਂ, ਬੰਦਿਆਂ ਦਾ ਕੰਮ ਨਹੀਂ, ਤਨਖਾਹਾਂ ਜਾ ਰਹੀਆਂ ਨੇ। ਇਹ ਅੰਦਰ ਖਾਤੇ ਘੁਟਾਲਾ ਚੱਲੀ ਜਾਂਦਾ ਹੈ। ਅੰਦਰ ਖਾਤੇ ਤੁਸੀਂ ਪਨ ਮੀਡੀਆ ਦੇ ਵਿੱਚੋਂ ਤੁਹਾਡੇ ਰਿਸੋਰਸਿਸ ਹੋਣਗੇ, ਉਹਨਾਂ ਤੋਂ ਪੁੱਛਿਓ ਵੀ ਕਰੀਬ 25-30 ਬੰਦੇ ਇਹੋ ਜਿਹੇ ਨੇ ਜਿਹੜੇ ਕਿ ਉੱਥੇ ਆਉਂਦੇ ਹੀ ਨਹੀਂਗੇ, ਜਿਹੜੇ ਕਿ ਇਹਨਾਂ ਨੇ ਦਿੱਲੀ ਤੋਂ ਹਿਮਾਚਲ ਤੋਂ ਆਪਣੇ ਵਰਕਰ ਲਾਏ ਹੋਏ ਆ। ਇਹਨਾਂ ਨੂੰ ਆਈ ਨਹੀਂ ਪਤਾ ਵੀ ਉਹ ਰਹਿੰਦੇ ਕਿੱਥੇ ਆ, ਉਹਨਾਂ ਨੂੰ ਐ ਨਹੀਂ ਪਤਾ ਵੀ ਡਿਪਾਰਟਮੈਂਟ ਨੂੰ ਕਿ ਉਹ ਹੈਗੇ ਕਿੱਥੇ ਆ। ਉਹ ਹਾਜ਼ਰ ਨਹੀਂ ਹੋਣਗੇ ਉੱਥੇ ਡਿਪਾਰਟਮੈਂਟ ਦੇ ਵਿੱਚ। ਉਹਨਾਂ ਦੀ 30 ਦਿਨਾਂ ਦੀ ਜਿਹੜੀ ਹਾਜ਼ਰੀ ਹੈ, ਜਿਹੜੀ ਅਟੈਂਡੈਂਸ ਹੈ, ਉਹ ਆ ਜਾਂਦੀ ਹੈ ਇਹਨਾਂ ਕੋਲੇ, ਤੇ ਇਹਨਾਂ ਤਨਖਾਹ ਕ੍ਰੈਡਿਟ ਹੋ ਜਾਂਦੀ, ਤਨਖਾਹ ਉਹਨਾਂ ਦੇ ਸਾਰੇ ਖਾਤੇ 'ਚ ਪੈ ਜਾਂਦੀ ਹੈ ਹਰ ਮਹੀਨੇ। ਤੇ ਇਹੀ ਲਗਾਤਾਰ ਹੋ ਰਿਹਾ ਹੈ। ਤੇ ਕਹਿਣ ਨੂੰ ਕੰਟਰੈਕਟ ਨੇ 5 ਮਹੀਨੇ ਇਦਾਂ ਹੀ ਉਹਨਾਂ ਨੇ ਲੱਖ 1.5 ਲੱਖ ਤਨਖਾਹ ਲੈਣੀ ਹੈ, ਤੇ ਕੋਈ ਪੁੱਛਣ ਵਾਲਾ ਹੈ ਨਹੀਂਗਾ। ਤੇ ਜਿਹੜੀ ਹੁਣ ਐਡ ਹੈ ਉਹ ਇਨ ਹਾਊਸ ਬਣਾਈ ਜਾਂਦੀ ਹੈ। ਬਹੁਤੇ ਮੀਡੀਆਦਾਰਾਂ ਨੂੰ ਕਿਹਾ ਜਾਂਦਾ ਵੀ ਜਿਹੜੀ ਇਨ ਹਾਊਸ ਐਡ ਬਣਾਈ ਹੈ ਉਹ ਹੈ। ਕਈਆਂ ਨੂੰ ਏਦਾਂ ਵੀ ਕਿਹਾ ਜਾਂਦਾ ਵੀ ਤੁਸੀਂ ਆਪ ਬਣਾ ਲਓ। ਪਰ ਇੱਕ ਪੂਰਾ ਪੇਜ ਤੁਹਾਨੂੰ ਏਦਾਂ ਮਿਲੂਗਾ ਵੀ ਜਿਵੇਂ ਸਰਕਾਰ ਕੋਈ ਪਤਾ ਨਹੀਂ ਕਿੰਨੇ ਕੁ ਉਹਨਾਂ ਨੇ 7 ਮਹੀਨਿਆਂ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਕੰਮ ਕਰਤੇ ਆ। ਇੱਥੇ ਆਹ ਕੀਤਾ, ਸਿਕਿਉਰਿਟੀ ਦਾ ਜਿਹੜਾ ਕਾਨੂੰਨ ਦਾ, ਮਤਲਬ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਤੁਹਾਨੂੰ ਵੀ ਪਤਾ ਨਸ਼ੇ ਦਾ ਬੁਰਾ ਹਾਲ ਹੈ। ਉਹਦੇ 'ਚ ਇੰਨਾ ਵੀ ਬਣਾਤਾ ਵੀ ਸਾਡੇ ਪਿੰਡਾਂ 'ਚ ਨਸ਼ੇ ਨਹੀਂ ਹੈਗੇ ਜੀ, ਲਾਅ ਐਂਡ ਆਰਡਰ ਬੜਾ ਤਕੜਾ। ਇਹੋ ਜਿਹੀਆਂ ਖਬਰਾਂ ਲਾ ਕੇ ਇੱਕ ਪੂਰੇ ਦਾ ਪੂਰਾ ਪੇਜ ਰੋਜ਼ ਅਖਬਾਰ ਦੇ ਵਿੱਚ ਛਪਦਾ, ਸ਼ਾਇਦ ਸਾਰਿਆਂ ਕੋਲ ਹੀ ਆਉਂਦਾ ਹੋਊਗਾ, ਦੇਖਦੇ ਹੋਣਗੇ। ਉਹ ਇੱਕ ਅਖਬਾਰ ਦੀ ਪੇਜ ਦੀ ਕੀਮਤ ਲੱਖਾਂ ਦੇ ਵਿੱਚ, ਸਭ ਨੂੰ ਪਤਾ ਹੈ ਵੀ ਕਿਉਂ ਬਰਬਾਦ ਕੀਤੇ ਜਾ ਰਹੇ ਆ। ਹੁਣ ਤਾਂ ਮਤਲਬ ਕੋਈ ਏਦਾਂ ਏਡੀ ਗੱਲ ਵੀ ਨਹੀਂ ਲੱਖੀ ਜੀ ਵੀ ਚਲੋ ਆਪਾਂ ਕਹਿ ਦਈਏ ਵੀ ਇਲੈਕਸ਼ਨ ਸਿਰ ਤੇ ਆ ਪੰਜਾਬ ਦੇ, ਤੇ ਜਿਹੜੀਆਂ ਪਾਰਟੀਆਂ ਉਹ ਮਾੜਾ ਮੋਟਾ ਕਰ ਲੈਂਦੀ ਐਂਡ ਤੇ ਆ ਕੇ, ਪਰ ਉਹ ਵੀ ਨਹੀਂ। ਹੁਣ ਤਾਂ ਇਹ ਸਾਰਾ ਕੁਝ ਹਿਮਾਚਲ ਤੇ ਗੁਜਰਾਤ ਦੇ ਇਲੈਕਸ਼ਨ ਕਰਕੇ। ਹਾਂਜੀ ਹਾਂਜੀ ਹਾਂ, ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਦੇਖੋ ਅਸੂਲ ਤਾਂ ਇਹ ਬਣਦਾ ਵੀ ਸਰਕਾਰ ਸੱਤਾ ਵਿੱਚ ਆਉਂਦੀ ਹੈ, ਕੋਈ ਪਾਰਟੀ ਸੱਤਾ ਵਿੱਚ ਆਉਂਦੀ ਹੈ, ਸਰਕਾਰ ਬਣਦੀ ਹੈ। ਤੁਸੀਂ ਪਹਿਲੇ ਕੁਝ ਮਹੀਨਿਆਂ ਸਾਲਾਂ ਦੇ ਵਿੱਚ ਮਿਹਨਤ ਨਾਲ ਕੰਮ ਕਰੋ, ਠੀਕ ਹੈ। ਚਲੋ ਵਿੱਚ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ, ਤੁਸੀਂ ਉਸ ਦੇ ਕੁਝ ਮਹੀਨੇ ਪਹਿਲਾਂ ਇਸ਼ਤਿਹਾਰਬਾਜ਼ੀ ਤੇਜ਼ ਕਰ ਦਿਓ। ਵਿਧਾਨ ਸਭਾ ਦੇ ਵਿੱਚ ਪ੍ਰਾਪਤੀਆਂ ਹੋਣਗੀਆਂ ਤੁਹਾਡੀਆਂ ਦੱਸਣ ਦੀ, ਉਹਦੇ ਲਈ ਤੁਸੀਂ ਇਸ਼ਤਿਹਾਰਬਾਜ਼ੀ ਭਾਵੇਂ ਤਿਗਣਾ ਚੌਗਣਾ ਖਰਚਾ ਕਰੋ। ਲੇਕਿਨ ਹੁਣੇ ਜਿਹੜਾ ਖਰਚਾ ਕੀਤਾ ਜਾ ਰਿਹਾ ਇਸ ਦਾ ਤਾਂ ਮਕਸਦ ਤੁਸੀਂ ਹੋਰ ਜ਼ਿਕਰ ਕੀਤਾ, ਲੇਕਿਨ ਮੈਨੂੰ ਲੱਗਦਾ ਵੀ ਇਹ ਪੂਰੀ ਦੀ ਪੂਰੀ ਇਸ਼ਤਿਹਾਰਬਾਜ਼ੀ ਦੇ ਨਾਲ ਦੋ ਨਿਸ਼ਾਨੇ ਹੋ ਰਹੇ ਨੇ। ਇੱਕ ਤਾਂ ਤੁਸੀਂ ਤੁਹਾਡੇ ਗੁਆਂਢੀ ਰਾਜਾਂ ਦੇ ਵਿੱਚ ਜਿੱਥੇ ਇਲੈਕਸ਼ਨ ਹੋਣੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਹਿਮਾਚਲ, ਗੁਜਰਾਤ, ਉੱਥੇ ਦੇ ਲੋਕਾਂ ਨੂੰ ਸਾਧ ਰਹੇ, ਕਿਉਂਕਿ ਇੱਥੋਂ ਦੀ ਲੋਕਾਂ ਨੂੰ ਤਾਂ ਜ਼ਮੀਨੀ ਹਕੀਕਤ ਪਤਾ ਹੈ। ਤੁਸੀਂ ਸੜਕਾਂ ਤੇ ਕੋਈ ਮਾਨਸੇ ਦੇ ਵਿੱਚ, ਬਠਿੰਡੇ ਦੇ ਵਿੱਚ, ਮੋਗੇ ਦੇ ਵਿੱਚ, ਤਰਨਤਾਰਨ ਦੇ ਵਿੱਚ ਤੋਦਾ ਬੰਦਾ ਜਾਂਦਾ ਹੋਵੇ, ਉਹਨੂੰ ਕੀ ਨਹੀਂ ਪਤਾ ਵੀ ਕਿੰਨਾ ਕੰਮ ਪੰਜਾਬ ਦੇ ਵਿੱਚ ਹੋਇਆ ਤੇ ਇਸ਼ਤਿਹਾਰਾਂ ਦੇ ਵਿੱਚ ਕੀ ਛਪਦਾ ਪਿਆ। ਲੇਕਿਨ ਅਸਲੀਅਤ ਤਾਂ ਪ੍ਰੋਬਲਮ ਹੈ ਵੀ ਹੋਰ ਰਾਜਾਂ ਦੇ ਵਿੱਚ ਬੈਠੇ ਲੋਕਾਂ ਨੂੰ ਨਹੀਂ ਪਤਾ, ਤੇ ਇੱਥੋਂ ਦੇ ਲੋਕਾਂ ਲਈ ਉਹ ਇਸ਼ਤਿਹਾਰ ਹੈ ਹੀ ਨਹੀਂ ਹੈ। ਕਾਫੀ ਹੱਦ ਤੱਕ ਉਹ ਇਸ਼ਤਿਹਾਰ ਜੇ ਪੰਜਾਬ ਦੀਆਂ ਅਖਬਾਰਾਂ ਵਿੱਚ ਛਪ ਰਹੇ ਨੇ, ਉਹ ਮਜਬੂਰੀ ਹੇਠ ਛਪ ਰਹੇ ਨੇ, ਤੇ ਉਹਨਾਂ ਨੂੰ ਛਾਪਣ ਦਾ ਮਕਸਦ ਸਿਰਫ ਤੇ ਇੱਕ ਇਹ ਹੈ ਕਿ ਤੁਸੀਂ ਅਖਬਾਰਾਂ ਦੇ ਅਦਾਰਿਆਂ ਨੂੰ, ਮੀਡੀਆ ਹਾਊਸਿਸ ਨੂੰ ਅਬਲਾਈਜ਼ ਕਰਨਾ ਹੈ, ਕਰੋੜਾਂ ਰੁਪਏ ਦੇ ਉਹਨਾਂ ਨੂੰ ਗੱਫੇ ਦੇਣੇ ਨੇ ਤਾਂ ਕਿ ਉਹ ਨੈਗੇਟਿਵ ਖਬਰਾਂ ਨਾ ਛਾਪਣ। ਪੋਜ਼ਿਟਿਵ ਤਾਂ ਉਹ ਛਾਪ ਹੀ ਰਹੀਆਂ ਨੇ, ਲੇਕਿਨ ਨੈਗੇਟਿਵ ਨਾ ਛਾਪਣ। ਇਸ ਵਾਸਤੇ ਉਹਨਾਂ ਨੂੰ ਪਹਿਲਾਂ ਹੀ ਆਪਣੇ ਇਸ਼ਤਿਹਾਰਾਂ ਦੇ ਬੋਝ ਥੱਲੇ ਤੁਸੀਂ ਕਰਜ਼ਦਾਰ ਬਣਾ ਦਿਓ ਕਿ ਆਉਣ ਵਾਲੇ ਕਈ ਸਾਲਾਂ ਤੱਕ ਸੁਪਨੇ ਨਾ ਦੇਖਣੇ, ਤੁਹਾਡੇ ਖਿਲਾਫ ਲਿਖਣਾ ਵੀ ਹੈ। ਲੱਖੀ ਜੀ ਬਿਲਕੁਲ ਠੀਕ ਗੱਲ ਹੈ ਤੁਹਾਡੀ। ਅਖਬਾਰਾਂ ਦੇ ਨਾਲ ਪ੍ਰੋਪਰ ਪੈਕੇਜ ਕੀਤੇ ਹੋਏ ਆ ਕਿ ਅਸੀਂ ਤੁਹਾਨੂੰ 5 ਕਰੋੜ ਰੁਪਈਆ ਦੇਣਾ ਸਾਲ ਦੇ ਵਿੱਚ, 10 ਕਰੋੜ ਰੁਪਈਆ ਦੇਣਾ ਸਾਲ ਦੇ ਵਿੱਚ, ਤੇ ਉਹ ਕਿਵੇਂ ਦੀ ਕਿਵੇਂ ਕਰਕੇ ਇਹਨਾਂ ਨੇ ਉਹ ਜਿਹੜੇ ਰੇਟ ਨੇਗੇ ਬਣੇ ਹੋਏ, ਉਸ ਦੇ ਰੇਟ ਦੇ ਹਿਸਾਬ ਨਾਲ ਵੱਧੋ ਵੱਧ ਇਸ਼ਤਿਹਾਰ ਦੇ ਕੇ ਉਹ ਪੈਸੇ ਪੂਰੇ ਕਰਨੇ ਆ। ਇਸੇ ਤਰੀਕੇ ਨਾਲ ਸਭ ਤੋਂ ਵੱਡੀ, ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹੋਰ ਸੂਬਿਆਂ ਦੇ ਵਿੱਚ ਜਿਹੜਾ ਪ੍ਰਚਾਰ ਤੇ ਪਾਰਟੀ ਦਾ ਕੀਤਾ ਹੀ ਜਾ ਰਿਹਾ ਪੰਜਾਬ ਦੇ ਪੈਸੇ ਨਾਲ, ਪਰ ਜਿਹੜੇ ਮੀਡੀਆ ਅਦਾਰੇ ਨੇ, ਮੀਡੀਆ ਅਦਾਰਿਆਂ ਨੂੰ ਵੱਡੇ ਲੈਵਲ ਤੇ ਕਹਿ ਲਓ ਵੀ ਬਰਾਈਬ ਕੀਤਾ ਜਾ ਰਿਹਾ ਹੈ, ਜਾਂ ਕਹਿ ਲਓ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੈਸੇ ਦੇ ਕੇ, ਪੈਕੇਜ ਦੇ ਕੇ। ਕਿ ਤੁਸੀਂ ਐਂ ਦੇਖੋ ਵੀ ਕੋਈ ਵੀ ਮੀਡੀਆ ਅਦਾਰਾ
ਰੋਜ਼ ਮਤਲਬ ਏਦਾਂ ਬਚਿਆ ਨਹੀਂ ਕਿ ਜਿੱਥੇ ਰੋਜ਼ ਦੀ ਰੋਜ਼ ਏਡੇ ਏਡੇ ਅਖਬਾਰ ਦੇ ਵਿੱਚ ਕਿੱਥੇ ਪਹਿਲਾਂ ਕਿੱਥੇ ਪੰਜਾਬ ਦੇ ਵਿੱਚ ਰੋਜ਼ ਆਪਣੇ ਫਰੰਟ ਪੇਜ ਇਸ਼ਤਿਹਾਰ ਲੱਗਦੇ ਸੀਗੇ, ਜਾਂ ਕਿੱਥੇ ਕਹਿ ਲਓ ਵੀ ਏਦਾਂ ਐਡਵਰਟੋਰੀਅਲ ਲੱਗਦੇ ਸੀ, ਖਬਰਨੁਮਾ ਨਹੀਂ ਲੱਗਦੇ ਸੀਗੇ। ਤੇ ਸਭ ਤੋਂ ਵੱਡੀ ਗੱਲ ਹੋਰ ਹੈ ਲੱਖੀ ਜੀ, ਇੱਕ ਮੈਂ ਜਿਹੜੀ ਗੱਲ ਸੁਣਨ ਚ ਮੈਨੂੰ ਆਈ ਹੈ, ਮੈਨੂੰ ਦੱਸੀ ਹੈ ਕਿਸੇ ਨੇ, ਕਿ ਜਿਹੜੇ ਇਹ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਰੋਜ਼ ਦੀ ਕਰੋੜਾਂ ਦੀ, ਇਹਦੇ ਚੋਂ ਕਿੱਕ ਬੈਕ ਵੀ ਬੜੀ ਵੱਡੀ ਆ। ਮੈਨੂੰ ਇਹ ਗੱਲ ਦੱਸੀ ਹੈ ਇੱਕ ਅਦਾਰੇ ਦੇ ਬੰਦੇ ਨੇ ਹੀ ਦੱਸੀ ਹੈ ਕਿ ਇਹਦੇ ਚੋਂ ਕਿੱਕ ਬੈਕ ਵੀ ਬੜੀ ਵੱਡੀ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਕਿੱਕ ਬੈਕ ਜੇ ਹੈਗੀ ਹੈ ਤਾਂ ਕੌਣ ਲੈ ਰਿਹਾ ਹੈ। ਮਤਲਬ ਕਿੱਕ ਬੈਕ ਦਾ ਮਤਲਬ ਮੈਂ ਦੇਸੀ ਭਾਸ਼ਾ ਦੇ ਵਿੱਚ ਕਹਾਂ ਵੀ ਮੰਨ ਲਓ ਜੇ ਮੰਨ ਲਓ ਇਹ ਪੈਸੇ ਦਿੰਦੇ ਆ, ਮੰਨ ਲਓ 100 ਰੁਪਇਆ ਦਿੱਤਾ ਕਿਸੇ ਅਦਾਰੇ ਨੂੰ, ਉਹਦੇ ਚ ਕੋਈ ਅਦਾਰਾ 25% 2 ਨੰਬਰ ਚ ਮੋੜਦਾ, ਕੋਈ ਅਦਾਰਾ 30% ਮੋੜਦਾ, ਇੱਥੋਂ ਤੱਕ ਕਿ 50-50 60% ਰੁਪਏ ਵੀ ਵਾਪਸ ਆਉਂਦੇ ਆ 2 ਨੰਬਰ ਦੇ ਵਿੱਚ ਅਦਾਰਿਆਂ ਤੋਂ। ਤੇ ਜੇ ਇਹ ਗੱਲ ਠੀਕ ਹੈ ਤੇ ਇਹ ਗੱਲ ਜਾਂਚ ਦਾ ਵਿਸ਼ਾ ਹੈ ਕਿ ਉਹ ਪੈਸੇ ਜਿਹੜੇ ਵਾਪਸ ਆਉਂਦੇ ਆ 2 ਨੰਬਰ ਦੇ ਵਿੱਚ, ਉਹ ਪੈਸੇ ਕੌਣ ਲੈ ਰਿਹਾ ਹੈ। ਹਾਂਜੀ ਮਾਨਿਕ ਜੀ, ਕੀ ਇਹੀ ਕਾਰਨ ਹੈ? ਪਿੱਛੇ ਕੁਝ ਚਰਚਾਵਾਂ ਚੱਲੀਆਂ ਸੀ, ਹਾਲਾਂਕਿ ਉਹਨਾਂ ਦੀ ਕੋਈ ਪੁਸ਼ਟੀ ਤਾਂ ਨਹੀਂ ਹੋ ਪਾਈ, ਲੇਕਿਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੁਝ ਅਫਸਰ ਮਹਿਕਮੇ ਵਿੱਚ ਕੰਮ ਕਰਨ ਲਈ ਵੀ ਤਿਆਰ ਨਹੀਂ ਹੈਗੇ। ਸ਼ਾਇਦ ਇਹੀ ਜਿਹੜੇ ਪ੍ਰੈਕਟਿਸਿਸ ਨੇ ਇੱਕ ਇਸ਼ੂ ਹੋ ਸਕਦਾ ਜਿਹਨਾਂ ਦੇ ਚੱਲਦੇ ਅਫਸਰਾਂ ਨੂੰ ਡਰ ਹੋਏਗਾ ਵੀ ਕੱਲ ਨੂੰ ਇਨਕੁਆਇਰੀਆਂ ਹੋਣਗੀਆਂ ਲੇਟਰ ਸਟੇਜ ਉੱਤੇ ਤਾਂ ਫਿਰ ਕੌਣ ਫਸੇਗਾ? ਨਹੀਂ ਬਿਲਕੁਲ ਜੀ, ਸਾਰੇ ਫਸਣਗੇ ਜੀ ਇਹਦੇ ਚ। ਦੇਖੋ ਕਿੰਨਾ ਟਾਈਮ ਤੁਸੀਂ ਇਹਨਾਂ ਨੂੰ ਬਚਾ ਲਓਗੇ? ਵੱਧੋ ਵੱਧ 5 ਸਾਲ ਬਚਾ ਲਓਗੇ। ਉਦੋਂ ਬਾਅਦ ਤੇ ਦੇਖਣਾ ਉਦੋਂ ਬਾਅਦ ਕੀ ਹੋਊਗਾ। ਦੇਖੋ ਅਫਸਰ ਵੀ ਇੱਕ ਹੱਦ ਤੱਕ ਜਾ ਕੇ, ਹੁਣ ਮੰਨ ਲਓ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਡਾਇਰੈਕਟਰ ਹੈ ਜਾਂ ਕਹਿ ਲਓ ਪ੍ਰਿੰਸੀਪਲ ਸੈਕਟਰੀ ਕੋਈ ਵੀ ਹੈ, ਉਹ ਕਿਸੇ ਹੱਦ ਤੱਕ ਜਾ ਕੇ ਇਸ਼ਤਿਹਾਰ ਦੇ ਸਕਦਾ ਨਾ। ਮਹੀਨੇ ਦਾ 2 ਕਰੋੜ ਦਾ ਦੇ ਦੂ, 5 ਕਰੋੜ ਦਾ ਦੇ ਦੂਗਾ। ਜੇ ਹੁਣ ਇਹ ਕਹਿਣਗੇ, ਇਹਨਾਂ ਦੇ ਕਹਿਣ ਦੇ ਉੱਤੇ, ਰਾਘਵ ਚੱਡਾ ਜੀ ਦੇ ਕਹਿਣ ਦੇ ਉੱਤੇ, ਉਹਨਾਂ ਨੂੰ ਕਹਿਣਗੇ ਵੀ ਤੁਸੀਂ ਇੱਕ ਦਿਨ ਦਾ 5 ਕਰੋੜ ਦਾ ਇਸ਼ਤਿਹਾਰ ਦਿਓ, ਜੇ ਐਵਰੇਜ ਤੁਹਾਨੂੰ ਇਸ਼ਤਿਹਾਰ ਦੀ 2-2 3-3 4-4 ਕਰੋੜ ਰੋਜ਼ ਦੀ ਪੈਣ ਲੱਗ ਜੇ, ਤਾਂ ਅਫਸਰ ਵੀ ਤਾਂ ਕਿਤੇ ਨਾ ਕਿਤੇ ਜਾ ਕੇ ਹਿੱਲਣਗੇ ਨਾ। ਉਹ ਹੁਣ ਪਿੱਛੇ ਜਿਹੜੇ ਅਫਸਰ ਨੇ ਅਸਤੀਫਾ ਦਿੱਤਾ ਹੈਗਾ, ਉਹ ਇਸੇ ਗਰਾਊਂਡ ਤੇ ਦਿੱਤਾ। ਉਹ ਕਹਿ ਰਹੇ ਆ ਵੀ ਠੀਕ ਹੈ ਤੁਹਾਡੀ ਗੱਲ ਕਿ ਮੈਂ ਜੌਬ ਤੇ ਕਰਨੀ ਹੈ, ਪਰ ਮੈਂ ਇੰਨਾ ਧੱਕਾ ਜੇ ਕਰੋਗੇ ਤੇ ਕੱਲ ਨੂੰ ਮੈਂ ਹੀ ਫਸਣਾ। ਤੇ ਵੱਡੀ ਗੱਲ ਇਹ ਵੀ ਸੁਣਨ ਚਾਹੀਏ ਅਫਸਰਾਂ ਤੋਂ ਹੀ ਲੱਖੀ ਜੀ, ਕਿ ਜਿਹੜੇ ਇਸ਼ਤਿਹਾਰ ਤੇ ਨਾ, ਇਹ ਇਸ਼ਤਿਹਾਰ ਤੇ ਅਫਸਰ ਦੇ ਦਸਤਖਤ ਕਰ ਲਈ ਦਿੰਦੇ ਆ, ਆਪ ਨਹੀਂ ਸਾਈਨ ਕਰਦੇ। ਮਤਲਬ ਜਿਹੜਾ ਬਿਊਰੋਕ੍ਰੇਸੀ ਹੈ ਉਹਦੇ ਸਿਗਨੇਚਰ ਦੇ ਹੇਠਾਂ ਇਹ ਸਾਰਾ ਇਸ਼ਤਿਹਾਰ ਦਿੱਤਾ ਜਾ ਰਿਹਾ। ਆਪ ਜਿਵੇਂ ਅਰਵਿੰਦ ਕੇਜਰੀਵਾਲ ਜੀ ਨਾ ਕਿ ਬਚਦੇ ਆ ਕਿ ਮੈਂ ਕੋਈ ਡਿਪਾਰਟਮੈਂਟ ਨਹੀਂ ਲੈਣਾ ਤੇ ਤਾਂ ਕਿ ਕੋਈ ਮੇਰੇ ਤੇ ਗੱਲ ਨਾ ਆਵੇ, ਉਸੇ ਤਰੀਕੇ ਨਾਲ ਇਹ ਸਾਈਨ ਵੀ ਨਹੀਂ ਕਰਦੇ ਉਹ ਤੇ। ਉਹ ਸਾਰੇ ਅਫਸਰਾਂ ਦੇ ਦਸਤਖਤ ਹੇਠ। ਉਸੇ ਤਰ੍ਹਾਂ ਹੁਣ ਅਫਸਰ ਬਦਲਿਆ ਗਿਆ, ਹੁਣ ਉਹ ਅਫਸਰ ਉੱਥੇ ਕਿਵੇਂ ਆਇਆ ਤੇ ਉਹ ਡਿਫਰੈਂਟ ਗੱਲਾਂ ਨੇਗੀਆਂ, ਉਹ ਵੀ ਚਲੋ ਕਦੇ ਸ਼ੇਅਰ ਕਰਾਂਗੇ। ਤੇ ਬਟ ਇਹ ਸਭ ਬਚਣਗੇ ਜੀ ਸਭ, ਜਦੋਂ ਇੰਨਾ ਇਸ਼ਤਿਹਾਰ ਦਿੱਤਾ ਜਾ ਰਿਹਾ। ਪਿੱਛੇ ਜੇ ਇੱਕ ਤੱਗੜ ਸਾਹਿਬ ਦੀ ਆਪਣੀ ਰਿਪੋਰਟ ਸੀਗੀ ਕਿ ਇਲੈਕਟ੍ਰੋਨਿਕ ਤੇ ਸਿਰਫ ਪ੍ਰਿੰਟ ਮੀਡੀਆ ਦੇ ਵਿੱਚ ਮਿਨੀਮਮ 2 ਕਰੋੜ ਦਾ ਡੇਲੀ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ। ਤੇ ਇਸੇ ਤਰੀਕੇ ਨਾਲ ਇੰਨਾ ਜ਼ਿਆਦਾ ਖਰਚਾ, ਉਹ ਵੀ ਉਸ ਟਾਈਮ ਤੇ ਜਦੋਂ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਬਿਲਕੁਲ ਇੰਨਾ ਜ਼ਿਆਦਾ ਕਰਜ਼ਾ। ਇਹਨਾਂ ਨੇ ਆਪ ਨੇ ਤਾਂ ਵਾਈਟ ਪੇਪਰ ਜਾਰੀ ਕੀਤਾ ਕਿ 3.25 ਲੱਖ ਕਰੋੜ ਦਾ ਕਰਜ਼ਾ। ਤੇ ਫਿਰ ਉਸ ਤੋਂ ਬਾਅਦ ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ। PRTC ਦਾ ਇੱਕ ਮੁਲਾਜ਼ਮ ਕਹਿੰਦਾ ਸਾਨੂੰ 2 ਮਹੀਨੇ ਦੀ ਤਨਖਾਹ ਨਹੀਂ ਮਿਲੀ, ਤੇ ਜਿਹੜੀ ਪਿਛਲੀ ਤਨਖਾਹ ਮਿਲੀ ਸੀ ਉਹ ਵੀ 2 ਵਾਰ ਚ ਮਿਲੀ ਹੈ। ਮਤਲਬ 1 ਮਹੀਨੇ ਦੀ ਤਨਖਾਹ 2 ਵਾਰ ਚ ਮਿਲੀ ਹੈ। ਇੰਨਾ ਮਾੜਾ ਹਾਲ ਹੈ ਸਰਕਾਰ ਦਾ। ਇਸ ਵਾਰ ਤਾਂ ਕਹਿੰਦੇ ਵਿਧਾਇਕ ਵੀ ਵਿਚਾਰੇ ਉਡੀਕਦੇ ਸੀਗੇ, ਸ਼ਾਇਦ ਤਨਖਾਹ ਲੇਟ ਹੋ ਰਹੀਆਂ ਸੀਗੀਆਂ ਦੀਵਾਲੀ ਤੋਂ ਪਹਿਲਾਂ। ਲੇਕਿਨ ਮਾਨਿਕ ਜੀ ਵੱਡਾ ਦੇਖੋ, ਇੱਕ ਸਾਬਕਾ ਵਿਧਾਇਕ ਨੇ ਦੱਸਿਆ ਕਿ ਸਾਨੂੰ ਤੇ 6-7 ਮਹੀਨਿਆਂ ਤੋਂ ਪੈਨਸ਼ਨ ਹੀ ਨਹੀਂ ਦਿੱਤੀ ਇਹਨਾਂ ਨੇ। ਹਾਂਜੀ ਨਹੀਂ, ਮੁੱਦਾ ਇਹ ਹੈ ਕਿ ਜਿਹੜਾ ਦੇਖੋ ਆਡਿਟ ਦਾ ਇੱਕ ਰੂਲ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਆਰਟੀਆਈ ਐਕਟਿਵਿਸਟ ਹੋ। ਆਡਿਟ ਦਾ ਮਤਲਬ ਇਹ ਹੈ ਵੀ ਪਹਿਲਾਂ ਤਾਂ ਹੈਗਾ ਵੀ ਪਰਪਸ ਕੀ ਹੈ, ਯਾਨੀ ਕਿ ਪਰਪਸ ਕਿਸ ਚੀਜ਼ ਲਈ ਖਰਚਾ ਹੋ ਰਿਹਾ, ਕਿੰਨਾ ਅਮਾਉਂਟ ਕੀ ਹੈ। ਅਮਾਉਂਟ ਦਾ ਮਤਲਬ ਹੈ ਵੀ ਕਿੰਨਾ ਖਰਚਾ ਹੋ ਰਿਹਾ ਹੈ, ਕਿਸ ਪਰਪਸ ਲਈ ਹੋ ਰਿਹਾ, ਕਿਹੜੇ ਹੈਡ ਦੇ ਹੇਠ ਹੋ ਰਿਹਾ ਹੈ, ਯਾਨੀ ਹੈਡ ਆਫ ਐਕਸਪੈਂਡੀਚਰ ਦੇ ਹੇਠ। ਇਹ 3-4 ਪੈਮਾਨੇ ਹੁੰਦੇ ਨੇ ਜਦੋਂ ਬਾਅਦ ਦੇ ਵਿੱਚ ਆਡਿਟ ਹੋਣਾ ਹੈ। ਇਹ ਪੁੱਛਿਆ ਜਾਣਾ ਵੀ ਤੁਸੀਂ ਖਰਚਾ ਕਿੱਥੇ ਕੀਤਾ, ਕਿਉਂ ਕੀਤਾ, ਕਿੰਨਾ ਖਰਚਾ ਸੀ, ਕੀ ਉਸ ਲਈ ਬਣਿਆ ਸੀ, ਸਰਕਾਰ ਦੇ ਬਜਟ ਦੇ ਵਿੱਚ ਅਲੋਕੇਸ਼ਨ ਉਹਦੀ ਸੀਗੀ, ਹੁਣ ਇਹ ਕਿੱਥੋਂ ਹੋ ਰਹੇ ਨੇ ਖਰਚੇ ਤਾਂ ਪਤਾ ਨਹੀਂ। ਲੇਕਿਨ ਇਹਦੇ ਨਾਲ ਜਿਹੜੀ ਇੱਕ ਮਾੜੀ ਰਿਵਾਇਤ ਸ਼ੁਰੂ ਹੋ ਰਹੀ ਹੈ ਤੇ ਅਨਫੋਰਚੂਨੇਟ ਪਾਰਟ ਹੈ ਇਹਦਾ, ਜਿਹੜਾ ਇਸ਼ਤਿਹਾਰਬਾਜ਼ੀ ਦਾ ਇੱਕ ਜਿਹੜਾ ਦੂਸਰਾ ਪੱਖ ਹੈਗਾ, ਜਿਹੜਾ ਕਿ ਜਿਸ ਨੂੰ ਲੈ ਕੇ ਮੇਰੀਆਂ ਚਿੰਤਾਵਾਂ ਜ਼ਿਆਦਾ ਨੇ, ਉਹ ਇਹੀ ਹੈ ਕਿ ਜਿਹੜੀ ਮੀਡੀਆ ਦੀ ਸੁਤੰਤਰਤਾ ਹੈ, ਆਜ਼ਾਦੀ ਹੈ, ਜਿਹੜੀ ਮੀਡੀਆ ਦੀ ਨਿਰਭਰਤਾ ਹੈ ਸਰਕਾਰਾਂ ਉੱਤੇ, ਇਸ ਤਰੀਕੇ ਦਾ ਜਿਹੜਾ ਕਹਿੰਦੇ ਨੇ ਖੂਨ ਮੂੰਹ ਨੂੰ ਲਾਤਾ। ਜਦੋਂ ਇਸ਼ਤਿਹਾਰਾਂ ਦੀ ਇਸ ਤਰੀਕੇ ਦੀ ਡੋਜ਼ ਤੁਸੀਂ ਦੇਣੀ ਸ਼ੁਰੂ ਕਰਤੀ ਤਾਂ ਫਿਰ ਪੱਤਰਕਾਰਿਤਾ ਦੇ ਨਾਂ ਦੇ ਉੱਤੇ ਕੀ ਬਚਿਆ? ਕ੍ਰਿਟੀਕਲ ਜਿਹੜਾ ਜਰਨਲਿਜ਼ਮ ਹੈ ਉਹ ਕਿੱਥੇ ਬਚਦਾ ਹੈ? ਅੱਜ ਤੁਸੀਂ ਵੇਖ ਲਓ ਐਡੇ ਵੱਡੇ ਇਸ਼ੂ ਲੰਘੇ, ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ, ਇੱਥੇ ਅਖਬਾਰਾਂ ਨੇ ਵੈਬ ਚੈਨਲਾਂ ਨੇ ਵੱਡੇ ਜਿਹੜੇ ਪੋਰਟਲ ਆਪਣੇ ਆਪ ਨੂੰ ਬਹੁਤ ਆਜ਼ਾਦ ਦੱਸਦੇ ਨੇ, ਕਿਸੇ ਨੇ ਚੂੰ ਤੱਕ ਨਹੀਂ ਕੀਤੀ, ਆਵਾਜ਼ ਤੱਕ ਨਹੀਂ ਚੁੱਕੀ। ਸੋ ਹੈਰਾਨੀ ਹੁੰਦੀ ਹੈ ਅੱਜ ਦੇ ਇਸ ਜਰਨਲਿਜ਼ਮ ਦਾ ਜਿਹੜਾ ਸਟੈਂਡਰਡ ਇਸ ਵਕਤ ਪਹੁੰਚ ਚੁੱਕਾ ਹੈ। ਉਂਝ ਛੋਟੀਆਂ ਗੱਲਾਂ ਬਾਤਾਂ ਨੂੰ ਵੀ ਰਾਘਵ ਚੱਡਾ ਜੇ ਦਿੱਲੀ 'ਚ ਬੈਠ ਕੇ ਛਿੱਕ ਵੀ ਮਾਰਦਾ, ਮੈਂ 2-4 ਵੈਬ ਪੇਜਾਂ ਦਾ ਨਾਂ ਨਹੀਂ ਲੈਣਾ ਚਾਹਾਂਗਾ, ਉੱਥੇ ਉਹਦੀ ਛਿੱਕ ਵੀ ਛਪਦੀ ਹੈਗੀ, ਪ੍ਰੋਪਰ ਪੋਸਟਰ ਬਣ ਗਏ ਥੱਲੇ ਪੰਜਾਬੀ ਦੇ ਸੋ ਕਾਲ ਬੜੇ ਵੱਡੇ ਵੈਬ ਪੋਰਟਲ ਨੇ। ਛਿੱਕ ਤੇ ਉਹਨਾਂ ਨੇ ਜੇ ਕਦੇ ਬੰਗਲੌਰ ਜਾ ਕੇ ਮਾਰੀ ਉਹ ਵੀ ਕਵਰ ਹੁੰਦੀ ਹੈ ਪੰਜਾਬੀ ਮੀਡੀਆ ਦੇ ਵਿੱਚ, ਜੇ ਕਦੇ ਗੁਜਰਾਤ 'ਚ ਮਾਰੀ ਹੈ
ਉਹ ਵੀ ਕਵਰ ਹੁੰਦੀ ਹੈ। ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਚਲੋ ਇਸ਼ਤਿਹਾਰਬਾਜ਼ੀ ਦੇ ਖਰਚੇ ਦਾ ਤਾਂ ਇੱਕ ਜਿਹੜੀ ਸਟੇਟ ਹੈਗੀ ਇੰਨੀ ਜ਼ਿਆਦਾ ਜਿਹੜੀ ਕਰਜ਼ੇ ਦੇ ਵਿੱਚ ਹੈ, ਪੈਸਿਆਂ ਦਾ ਤਾਂ ਚੱਕਰ ਹੈਗਾ ਹੀ ਹੈ। ਸਭ ਤੋਂ ਵੱਡਾ ਜਿਹੜਾ ਦਿਵਾਲਾ ਨਿਕਲਿਆ ਇਸ ਵਾਰੀ, ਮੈਂ ਠੀਕ ਮੀਡੀਆ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਹਿਲਾਂ ਵੀ ਹੁੰਦੀਆਂ ਥੋੜੀਆਂ ਬਹੁਤ, ਪਰ ਇਸ ਇੰਨੇ ਵੱਡੇ ਲੈਵਲ ਤੇ ਜਿਹੜਾ ਮੀਡੀਆ ਕੰਪਰੋਮਾਈਜ਼ ਇਹ ਮਤਲਬ ਹੋਇਆ ਹੀ ਨਹੀਂ ਸੀ ਕਦੇ ਵੀ ਇਸ ਤਰੀਕੇ ਨਾਲ ਹੋ ਜੇ ਕਿ ਏਡੀ ਏਡੇ ਵੱਡੀਆਂ ਖਬਰਾਂ ਹੋ ਜਾਣ। ਕਈ ਵਾਰ ਤੇ ਮਤਲਬ ਮੈਂ ਸੋਚਦਾ ਵੀ ਜਿੱਡਾ ਵੱਡਾ ਆਰਟੀ ਦੇ ਵਿੱਚ ਖੁਲਾਸਾ ਹੋ ਗਿਆ ਇੱਕ, ਠੀਕ ਹੈ ਕੁਛ 10-20% 30% ਲੋਕ ਕਵਰ ਕਰਦੇ ਵੀ ਹੈ, ਇਹੋ ਜਿਹੀ ਗੱਲ ਨਹੀਂ ਕਰਦੇ, ਬਟ ਜਿੱਡੇ ਵੱਡੇ ਲੈਵਲ ਦਾ ਖੁਲਾਸਾ ਹੁੰਦਾ, ਕਈ ਤੇ ਸੈਟੇਲਾਈਟ ਚੈਨਲ ਵੀ ਹੈਗੇ ਆ ਕਿ ਆਪਦੇ ਆਪ ਨੂੰ ਵੱਡੇ ਅਦਾਰੇ ਕਹਾਉਂਦੇ ਕਿ ਚੂੰ ਵੀ ਨਹੀਂ ਕਰਦੇ, ਮਤਲਬ ਚੂੰ ਵੀ ਨਹੀਂ ਕਰਦੇ। ਸੋਸ਼ਲ ਮੀਡੀਆ ਦੇ ਵੈਬ ਚੈਨਲ ਹੈਗੇ ਜਿਹੜੇ ਆਪਦੇ ਆਪ ਨੂੰ ਵੱਡੇ ਪੱਤਰਕਾਰ ਕਹਿੰਦੇ ਆ, ਉਹਨਾਂ ਨੂੰ ਇਹੀ ਨਹੀਂ, ਮਤਲਬ ਉਹ ਤਾਂ ਇੱਕ ਖਬਰ ਤੇ ਛੱਡੋ, ਇੱਕ ਕੋਈ ਪੋਸਟਰ ਪਾਉਣਾ ਵੀ ਜ਼ਰੂਰੀ ਨਹੀਂ ਸਮਝਦੇ। ਇੱਥੋਂ ਤੱਕ ਕਿ ਇਸ ਤਰੀਕੇ ਦਾ ਕੰਟਰੋਲ ਕੀਤਾ ਲੱਖੀ ਜੀ, ਜਿਹੜਾ ਪੈਸਿਆਂ ਨਾਲ ਕੰਟਰੋਲ ਅਦਾਰੇ 'ਚ ਹੁੰਦਾ ਉਹ ਤਾਂ ਹੁੰਦਾ ਹੀ ਹੈ। ਕਈ ਵਿੱਚ ਨਵੇਂ ਜਿੱਦਾਂ YouTube ਪੱਤਰਕਾਰ ਨੇ, ਉਹਨਾਂ ਨੂੰ ਧਮਕੀਆਂ ਦੇ ਕੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹਨਾਂ ਦਾ ਇੱਕ ਮੋਨੀਟਰਿੰਗ ਸੈੱਲ ਹੈਗਾ, ਜਿਹੜਾ ਮੈਂ ਤੁਹਾਨੂੰ ਦੱਸਦਾ ਇਹ ਕਿਵੇਂ ਕੰਮ ਕਰਦਾ। ਮੋਨੀਟਰਿੰਗ ਸੈੱਲ, ਇਹਨਾਂ ਦਾ ਮੋਨੀਟਰਿੰਗ ਸੈੱਲ ਹੈਗਾ, ਮੰਨ ਲਓ ਕਿਸੇ ਅਦਾਰੇ ਨਾਲ ਪੈਕੇਜ ਕਰ ਲਿਆ ਕਿ ਅਸੀਂ ਤੁਹਾਨੂੰ ਇੰਨਾ ਇਸ਼ਤਿਹਾਰ ਦੇਵਾਂਗੇ, ਇੰਨੇ ਪੈਸੇ ਦੇਵਾਂਗੇ, ਤੁਸੀਂ ਸਾਡੇ ਖਿਲਾਫ ਖਬਰ ਨਹੀਂ ਲਾਉਣੀ, ਸਾਡੇ ਅਗੇਂਸਟ ਕੋਈ ਖਬਰ ਨਹੀਂ ਲਾਉਣੀ, ਜਾਂ ਜਿਹੜੀ ਵੀ ਮਤਲਬ ਸ਼ਰਤਾਂ ਖੋਲਦੀਆਂ, ਉਸ ਅਦਾਰੇ ਦਾ ਪੱਤਰਕਾਰ, ਉਸ ਅਦਾਰੇ ਦਾ ਮਾਲਕ ਤੇ ਇੱਕ ਉਸ ਅਦਾਰੇ ਦਾ ਪੱਤਰਕਾਰ ਜਿਹੜਾ ਪੁਆਇੰਟ ਟੂ ਕੰਟੈਕਟ ਹੁੰਦਾ, ਪਲੱਸ ਇਹਨਾਂ ਦੇ ਮੀਡੀਆ ਸੈੱਲ ਦੇ 2-3 ਬੰਦੇ ਇੱਕ WhatsApp ਗਰੁੱਪ ਦੇ ਵਿੱਚ ਪੈ ਜਾਣਗੇ। ਇਹ ਪ੍ਰੈਕਟੀਕਲ ਗੱਲ ਹੈ, ਮੈਂ ਕੋਈ ਤੁਹਾਨੂੰ ਬਣਾ ਕੇ ਨਹੀਂ ਕਹਿ ਰਿਹਾ ਆਪਣੇ ਕੋਲੋਂ, ਮੈਂ ਦੇਖੀਆਂ ਹੋਈਆਂ ਚੀਜ਼ਾਂ ਇਹ। ਉਸ ਤੋਂ ਬਾਅਦ ਉਹ ਜਿਹੜੇ 2-3 ਬੰਦੇ ਨੇ, ਉਹਨਾਂ ਸਾਰਿਆਂ ਨੇ ਉਹਨਾਂ ਨੇ ਕੀ ਕਰਨਾ ਹੈ, ਸਾਰਾ ਦਿਨ ਉਹੀ ਚੈਨਲ ਨੂੰ ਟੀਵੀ ਤੇ ਦੇਖੀ ਜਾਣਾ ਹੈ, ਜਾਂ ਉਹੀ ਸੋਸ਼ਲ ਮੀਡੀਆ ਤੇ ਉਹਦੀ ਮਤਲਬ ਜਿਹੜੀ ਕਾਰਵਾਈ ਹੈ ਦੇਖੀ ਜਾਣੀ ਹੈ। ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਇਹਨਾਂ ਨੇ ਖਬਰ ਸਾਡੇ ਅਗੇਂਸਟ ਪਾਈ ਹੈ, ਉਹ ਨਾਲ ਦੀ ਨਾਲ WhatsApp ਗਰੁੱਪ 'ਚ ਉਹਨਾਂ ਨੇ ਪਾ ਦੇਣਾ ਕਿ ਜਾਂ ਤਾਂ ਇਹਦੇ ਹੈਡਿੰਗ ਡਿਲੀਟ ਕਰ ਦਿਓ, ਜਾਂ ਇਹਦਾ ਹੈਡਿੰਗ ਐਡਿਟ ਕਰ ਦਿਓ, ਜਾਂ ਖਬਰ ਡਿਲੀਟ ਕਰ ਦਿਓ, ਅਦਰਵਾਈਜ਼ ਉਹਨੂੰ ਅਗਲੇ ਹਫਤੇ ਦਾ ਜਾਂ ਇਸ ਤੋਂ ਬਾਅਦ ਦੀ ਐਡ ਨਹੀਂ ਮਿਲਣੀ। ਤੇ ਜਿਹੜੇ ਮੁੰਡੇ ਐਡ ਨਹੀਂ ਲੈਂਦੇ, ਇਹਨਾਂ ਦੇ 2 ਆਪਣੀਆਂ ਕੁੜੀਆਂ ਨੇਗੀਆਂ, ਉਹ ਉਹਨਾਂ ਨੂੰ ਫੋਨ ਕਰਕੇ, ਜੇ ਲੋੜ ਪਈ ਤਾਂ ਅੱਗੇ ਨਾ ਵੀ ਦੱਸ ਦੂੰ, ਉਹ ਫੋਨ ਕਰਕੇ ਧਮਕਾਉਂਦੀਆਂ ਬਕਾਇਦਾ ਕਿ ਤੁਸੀਂ ਸਰਕਾਰ ਦੇ ਨਾਲ ਚੱਲੋ, ਤੁਹਾਨੂੰ ਕੱਲ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ, ਤੁਸੀਂ ਇਹ ਖਬਰ ਡਿਲੀਟ ਕਰੋ, ਤੁਸੀਂ ਇਹ ਐਡਿਟ ਕਰੋ। ਕਈ ਤੇ ਮਤਲਬ ਪੱਤਰਕਾਰ ਇਹੋ ਜਿਹੇ ਨੇ ਜਿਨ੍ਹਾਂ ਕੋਲ ਉਹਨਾਂ ਦੀ ਰਿਕਾਰਡਿੰਗਾਂ ਵੀ ਪਈਆਂ, ਮੈਂ ਸੁਣੀਆਂ ਨੇ ਆਪ, ਤੇ ਅੱਗੇ ਹੋ ਸਕਦਾ ਬਾਹਰ ਵੀ ਆ ਜਾਣ। ਤੇ ਅਰਵਿੰਦ ਕੇਜਰੀਵਾਲ ਜੀ, ਤੁਸੀਂ ਮੈਨੂੰ ਸਮਝ ਦੱਸੋ ਵੀ ਜਿਹੜੀ ਇਹ ਗੱਲਾਂ ਤੁਸੀਂ ਕਰਦੇ ਹੋ ਕਿ ਮੀਡੀਆ ਦੀ ਆਜ਼ਾਦੀ ਦੀ, ਤੇ ਉਹ ਫਿਰ ਕਿੱਥੇ ਜਾਣਗੀਆਂ ਜੇ ਉਹ ਪੱਤਰਕਾਰਾਂ ਨੇ ਉਹ ਜਿਹੜੀ ਰਿਕਾਰਡਿੰਗ ਹੈ ਪਬਲਿਕ ਡੋਮੇਨ ਦੇ ਵਿੱਚ ਪਾਤੀਆਂ। ਮੈਂ ਤਾਂ ਸਮਝਦਾ ਵੀ ਮੀਡੀਆ ਤੇ ਕੰਟਰੋਲ ਕਰਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ ਆਮ ਆਦਮੀ ਪਾਰਟੀ ਨੇ ਮਾਰਿਆ, ਪੈਸੇ ਦੇ ਨਾਲ, ਬਾਈ ਹੁੱਕ ਐਂਡ ਕਰੁੱਕ ਸਾਰੇ ਤਰੀਕੇ ਵਰਤ ਰਹੀ ਹੈ ਕਿ ਕਿਤੇ ਕੋਈ ਸਾਡੇ ਅਗੇਂਸਟ ਖਬਰ ਨਾ ਆ ਜੇ। ਅੱਗੇ ਹੁੰਦਾ ਸੀ ਪੰਜਾਬ ਦੇ ਵਿੱਚ ਕਿ ਜਦੋਂ ਕੋਈ ਇਲੈਕਸ਼ਨ ਆਉਂਦੀ ਸੀ 5 ਸਾਲਾਂ ਬਾਅਦ, ਜਾਂ ਕੋਈ ਵਿੱਚ ਕੋਈ ਪਾਰਲੀਮੈਂਟਰੀ ਇਲੈਕਸ਼ਨ ਆ ਗਈ, ਉਦੋਂ ਮਾੜਾ ਮੋਟਾ ਕਰਦੇ ਸੀਗੇ ਬੰਦੇ, ਪਾਰਟੀਆਂ ਕਰਦੀਆਂ ਸੀ, ਮੈਂ ਏਦਾਂ ਨਹੀਂ ਕਹਿੰਦਾ ਕਰਦੀਆਂ ਮਾੜੀ ਮੋਟੀ, ਪਰ ਇਸ ਲੈਵਲ ਤੇ ਤਾਂ ਮੈਂ ਕਦੇ ਦੇਖੀ ਨਹੀਂ, ਨਾ ਹੀ ਕਦੇ ਸੁਣੀ ਹੈ ਕਿ ਤੁਸੀਂ ਨਿੱਕੀ ਖਬਰ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇੱਕ ਵੈਬ ਚੈਨਲ ਦੀ ਇੱਕ ਹੈਡਲਾਈਨ ਨੂੰ ਐਡਿਟ ਕਰਾਓ ਡੇਲੀ, ਮਤਲਬ ਇਹ ਮਾਈਕਰੋ ਮੈਨੇਜਮੈਂਟ ਕਰਦੇ ਪਏ ਇਹਨਾਂ ਨੇ। ਇੱਕ ਪੂਰੇ ਦਾ ਪੂਰਾ ਸਿਸਟਮ ਸਰਕਾਰੀ ਤਨਖਾਹ ਤੇ ਰੱਖ ਕੇ ਬੰਦੇ ਇਸ ਦੇ ਵਿੱਚ ਝੋਕ ਦਿੱਤੇ ਕਿ ਉਹਨਾਂ ਦਾ ਕੰਮ ਹੀ ਇਹੀ ਹੈ ਕਿ ਇਹ ਦੇਖਣਾ ਕਿਵੇਂ ਮੈਨੇਜ ਕਰਨਾ, ਕਿਵੇਂ ਸਾਰੀ ਚੀਜ਼ਾਂ ਨੂੰ ਕਰਨਾ। ਹਾਂਜੀ, ਬਿਲਕੁਲ, ਇਹ ਬਹੁਤ ਹੀ ਚਿੰਤਾਜਨਕ ਟ੍ਰੈਂਡ ਹੈ, ਕਿਉਂਕਿ ਮੈਨੂੰ ਵਿਅਕਤੀਗਤ ਤੌਰ ਤੇ ਲੱਗਦਾ ਵੀ ਪੰਜਾਬ ਦੇ ਵਿੱਚ ਬੈਠੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਮੈਨੂੰ ਲੱਗਦਾ ਉਹਦਾ ਬ੍ਰੇਨ ਚਾਈਲਡ ਨਹੀਂ ਹੈ, ਇਹ ਕਲਚਰ ਹੀ ਹੋਰ ਹੈਗਾ। ਇਹ ਪੰਜਾਬ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਆ ਜਿਹੜੇ ਇਨਕਲਾਬੀ ਕਹਿੰਦੇ ਨੇ, ਮੈਂ ਤੈਨੂੰ ਕਹਾਂਗਾ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਦੀ ਤੇ ਗੱਲਾਂ ਬੜੀਆਂ ਵੱਡੀਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇੱਥੇ ਕੀਤੀਆਂ ਨੇ, ਤੇ ਮੈਨੂੰ ਲੱਗਦਾ ਬਹੁਤ ਸੇ ਲੋਕ ਸ਼ਾਇਦ ਇਤਫਾਕ ਵੀ ਨਾ ਰੱਖਦੇ ਹੋਣ, ਖੁਦ ਸਰਕਾਰ ਦੇ ਮੰਤਰੀ ਵੀ ਮਜਬੂਰ ਹੋਣ, ਕਿਉਂਕਿ ਸਾਰੀਆਂ ਜਿਹੜੀ ਸਟੈਂਡਰਡ ਪ੍ਰੈਕਟਿਸਿਸ ਹੈਗੀਆਂ ਉਹ ਸਾਰੀਆਂ ਦੀ ਸਾਰੀਆਂ ਦਿੱਲੀ ਤੋਂ ਆ ਰਹੀਆਂ ਨੇ। ਕਿਤੇ ਨਾ ਕਿਤੇ ਉੱਤੋਂ ਇੱਕ ਇੰਜੈਕਸ਼ਨ ਲੱਗਦਾ ਤੇ ਫਿਰ ਕੰਮ ਇੱਥੇ ਤੋਰਿਆ ਗਿਆ। ਮੈਨੂੰ ਲੱਗਦਾ ਵੀ ਇਹਦੇ ਪਿੱਛੇ ਜਿਹੜਾ ਕਲਚਰ ਹੈ, ਇਹ ਵਾਲਾ ਜਿਹੜਾ ਕਲਚਰ ਜਿਵੇਂ ਸੈਂਟਰਲਾਈਜ਼ ਕਰਨ ਦਾ, ਕੰਟਰੋਲ ਕਰਨ ਦਾ, ਡੋਮੀਨੇਟ ਕਰਨ ਦਾ, ਇਹ ਦਿੱਲੀ ਦੇ ਵਿੱਚ ਫੋਲੋ ਹੁੰਦਾ। ਚਾਹੇ ਈਵਨ ਆਪਾਂ ਨੈਸ਼ਨਲ ਲੈਵਲ ਦੇ ਉੱਤੇ ਵੀ ਵੇਖਿਆ ਨਾ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਆ, ਜਾਂ ਉੱਥੇ ਵੀ ਇਸ਼ਤਿਹਾਰਾਂ ਦੇ ਗੱਫੇ ਵੰਡ ਕੇ, ਪੱਤਰਕਾਰਾਂ ਤੇ ਦਬਾਅ ਪਾ ਕੇ, ਚੈਨਲਾਂ ਨੂੰ ਆਪਣੇ ਗਲਵੇ ਹੇਠ ਲੈ ਕੇ, ਉੱਥੇ ਵੀ ਕੇਂਦਰ ਸਰਕਾਰ ਬਹੁਤ ਕੁਝ ਕਰਾਉਂਦੀ ਹੈ। ਸੋ ਉਹ ਸੇਮ ਕਲਚਰ ਮੈਨੂੰ ਲੱਗਦਾ ਇੱਥੇ ਫੋਲੋ ਕਰਨਾ ਪੈ ਰਿਹਾ। ਲੋਕਲ ਲੀਡਰਸ਼ਿਪ ਸ਼ਾਇਦ ਨਾ ਚਾਹੁੰਦੀ ਹੋਵੇ ਜੋ ਕੁਝ ਹੋ ਰਿਹਾ ਹੋਵੇ। ਲੱਕੀ ਜੀ, ਇਹਦੇ 'ਚ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ ਇਹ ਕਲਚਰ ਸੀ ਪਹਿਲਾਂ, ਇਹ ਸੈਂਟਰ ਦੇ ਵਿੱਚ ਸ਼ੁਰੂ ਕੀਤਾ ਸੀ ਮੋਦੀ ਹੋਰਾਂ ਨੇ ਕਿ ਮੀਡੀਆ ਨੂੰ ਇਸ ਤਰੀਕੇ ਨਾਲ ਕੰਟਰੋਲ ਕਰੋ, ਇਸ ਤਰੀਕੇ ਨਾਲ ਮਾਈਕਰੋ ਮੈਨੇਜਮੈਂਟ ਕਰੋ, ਇਸ ਤਰੀਕੇ ਨਾਲ ਡੇਲੀ ਮੋਨੀਟਰਿੰਗ ਕਰੋ। ਜੇ ਕਿਸੇ ਚੈਨਲ ਨੂੰ ਪੈਕੇਜ ਦਿੱਤਾ ਹੈਗਾ ਤਾਂ ਉਸ ਦੇ ਉੱਤੇ 2 ਬੰਦੇ ਬਿਠਾ ਦਿਓ ਤੇ ਉਹ ਸਾਰਾ ਦਿਨ ਉਹੀ ਚੈਨਲ ਦੇਖਣ, ਤੇ ਉਹਨੂੰ ਇਸ ਤਰੀਕੇ ਨਾਲ ਕੰਟਰੋਲ ਕਰ ਲਓ ਕਿ ਅਗਲੇ ਹਫਤੇ ਦਿਨ ਇਸ਼ਤਿਹਾਰ ਨਹੀਂ ਮਿਲਣਾ। ਤੇ ਉਹੀ ਤਰੀਕਾ, ਸੇਮ ਤਰੀਕਾ ਅਰਵਿੰਦ ਕੇਜਰੀਵਾਲ ਵਰਤ ਰਿਹਾ, ਉਹੀ ਤਰੀਕਾ ਉਹਨਾਂ ਨੇ ਪੰਜਾਬ ਦੇ ਵਿੱਚ ਲਾਗੂ ਕਰਤਾ। ਪੰਜਾਬ ਦੇ ਵਿੱਚ ਤਾਂ ਤੁਹਾਨੂੰ ਦੇਖਿਆ ਹੀ ਆ, ਕੱਲ ਪਰਸੋਂ ਦੀ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਸੀ ਕਿ ਇੱਕ ਜਿਹੜੇ ਮੰਤਰੀ ਹੈਗੇ
ਆਪਣੇ ਧਾਲੀਵਾਲ ਸਾਹਿਬ, ਉਹਨਾਂ ਨਾਲ ਬੈਠਾ ਇੱਕ ਦਿੱਲੀ ਦਾ ਛੋਟਾ ਜਿਹਾ ਬੱਚਾ ਉਹਨਾਂ ਨਾਲ ਪਾਵਰਫੁਲ ਹੈ। ਉਹ ਜਦੋਂ ਇਸ਼ਾਰਾ ਕਰ ਦਿੰਦੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬੋਲਣਾ ਨਹੀਂਗਾ, ਜਦੋਂ ਹੁੱਜ ਮਾਰ ਦਿੰਦੇ ਚੁੱਪ ਕਰ ਜਾਂਦੇ। ਜੇ ਕਿਸੇ ਹੁੱਜ ਮਾਰ ਦਿੰਦੇ ਸਵਾਲ ਦਾ ਜਵਾਬ ਦੇਣਾ ਤਾਂ ਵੀ ਠੀਕ ਹੈ, ਜਦੋਂ ਜੇ ਬੜਾ ਇਸ਼ਾਰਾ ਕਰ ਦਿੰਦੇ ਸਵਾਲ ਦਾ ਜਵਾਬ ਵੀ ਨਹੀਂ ਦੇਣਾ। ਮਤਲਬ ਹਰ ਇੱਕ ਮੰਤਰੀ ਦੇ ਉੱਤੇ ਕੰਟਰੋਲ ਕਰਨ ਲਈ ਇੱਕ ਜਿਹੜੀ ਹੈਗੀ ਆ ਮੈਨੇਜਰ ਲਾਇਆ ਹੋਇਆ ਹੈਗਾ, ਜਿਹੜਾ ਕਿ ਸਾਰੇ ਕੰਮ ਨੂੰ ਦੇਖ ਰਿਹਾ। ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿਣਾ, ਤੁਸੀਂ ਕਈ ਮੰਤਰੀਆਂ ਨੂੰ ਕਦੇ ਇੰਟਰਵਿਊ ਕਰਨ ਦਾ ਪੁੱਛ ਕੇ ਦੇਖਿਓ ਕਿ ਆਹ ਇੰਟਰਵਿਊ ਤੁਸੀਂ ਪੁੱਛਦੇ ਹੀ ਹੋਵੋਗੇ, ਉਹਨਾਂ ਨੇ ਜਵਾਬ ਦੇਣਾ ਨਹੀਂ। ਜਦੋਂ ਤੱਕ ਇਹਨਾਂ ਨੂੰ WhatsApp ਗਰੁੱਪ ਦੇ ਵਿੱਚ ਪ੍ਰੋਪਰ ਪੱਤਰਕਾਰ ਦਾ ਨਾਂ ਲਿਖ ਕੇ ਤੇ ਜਿਹੜਾ ਹੈਗਾ ਟੌਪਿਕ ਲਿਖ ਕੇ ਨਹੀਂ ਆ ਜਾਂਦਾ, ਉਦੋਂ ਤੱਕ ਇਹ ਇੰਟਰਵਿਊ ਦੇਣ ਲਈ ਵੀ ਇੰਟਾਈਟਲ ਨਹੀਂ ਹੈਗੇ। ਉਦੋਂ ਤੱਕ ਇਹ ਤੁਹਾਨੂੰ ਕਹਿ ਦੇਣਗੇ ਜੀ ਨਹੀਂ ਅਸੀਂ ਇੰਟਰਵਿਊ ਨਹੀਂ ਦੇਣਾ। ਤੇ ਜਦੋਂ ਇਸ਼ਾਰਾ ਹੋ ਗਿਆ ਫਿਰ ਕਿਤੇ ਮਰਜ਼ੀ ਇੰਟਰਵਿਊ ਦਵਾ ਲਓ, ਫਿਰ ਕੁਛ ਮਰਜ਼ੀ ਉਹ ਹੋ ਜੇ। ਤੇ ਇਸੇ ਤਰੀਕੇ ਨਾਲ ਸਾਰਾ ਕੁਝ ਕੰਟਰੋਲ ਕਰਕੇ ਚੱਲ ਰਿਹਾ ਹੈ। ਨਿੱਕੀ ਨਿੱਕੀ ਗੱਲ ਤੇ ਕੰਟਰੋਲ ਕੀਤਾ ਜਾਂਦਾ, ਨਿੱਕੀ ਨਿੱਕੀ ਗੱਲ ਤੇ ਪੁੱਠਾ ਬੋਲਿਆ ਜਾਂਦਾ। ਮੰਤਰੀਆਂ ਨੂੰ ਤਾਂ ਇਸ ਤਰੀਕੇ ਨਾਲ ਘਵਾਈ ਫਿਰਦੇ ਨੇ ਜਿਵੇਂ ਕੋਈ ਆਪਾਂ ਕਹਿ ਲਓ ਵੀ ਕੋਈ ਕਲਰਕ ਨੂੰ ਇਸ਼ਾਰੇ ਨਾਲ ਕਹਿੰਦਾ ਹੁੰਦਾ ਵੀ ਆਹ ਕੰਮ ਕਰੋ ਜੀ, ਆਹ ਕੰਮ ਕਰੋ। ਤੇ ਮੰਤਰੀਆਂ ਨੂੰ ਤਾਂ ਇਦਾਂ ਬਣਾ ਰੱਖਿਆ, ਪੂਰੀ ਉੱਤੇ ਟੀਮਾਂ ਲਾਈਆਂ ਹੋਈਆਂ ਨੇ। ਤੁਸੀਂ ਦੇਖਦੇ ਹੀ ਹੋਵੋਗੇ ਜਦੋਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਵੇਂ ਦਿੱਲੀ ਦੀ ਟੀਮ ਮੰਤਰੀ ਨੂੰ ਕੰਟਰੋਲ ਕਰ ਰਹੀ ਹੁੰਦੀ ਹੈ। ਉਸੇ ਤਰੀਕੇ ਨਾਲ ਹੀ ਕੰਮ ਵੀ ਇਦਾਂ ਹੀ ਹੁੰਦਾ। ਅੱਧੇ ਮੰਤਰੀ ਨੂੰ ਤਾਂ ਇਹ ਨਹੀਂ ਪਤਾ ਉਹਨਾਂ ਡਿਪਾਰਟਮੈਂਟ 'ਚ ਹੋਈ ਕੀ ਜਾਂਦਾ, ਉਹਦਾ ਬਸ ਗੇੜੇ ਕੱਢਣ ਨੂੰ ਇੱਧਰਲੇ ਹਸਪਤਾਲ 'ਚ ਵੜ ਗਏ, ਉੱਥੇ ਵੜ ਗਏ, ਕੁਛ ਵੀ ਨਹੀਂ, ਉਹਨੂੰ ਡਿਪਾਰਟਮੈਂਟ ਦਾ ਕੁਛ ਵੀ ਨਹੀਂ ਪਤਾ। ਗਰੰਟਡ ਗੱਲ ਹੈ। ਮਤਲਬ ਕਿੰਨੀ ਚਿੰਤਾ ਦੀ ਗੱਲ ਹੈ। ਤੁਸੀਂ ਇਹ ਦੇਖੋ ਵੀ ਇਹ ਚੀਜ਼ਾਂ ਕਿਸ ਲੈਵਲ ਤੇ ਕੰਟਰੋਲ ਹੋਈਆਂ ਨੇਗੀਆਂ, ਤੇ ਆਪਣੇ ਲੋਕਾਂ ਨੂੰ ਲੱਗ ਰਿਹਾ ਕਿ ਹਜੇ ਉੱਤੋਂ ਇਸ਼ਤਿਹਾਰ ਦੇ ਕੇ ਉੱਤੇ ਉਹਦੇ ਮਿੱਠਾ ਪੋਚਾ ਮਾਰਿਆ ਜਾ ਰਿਹਾ ਕਿ ਹਾਂ ਠੀਕ ਹੈ, ਇਹ ਠੀਕ ਹੈ, ਸਭ ਕੁਝ ਠੀਕ ਹੈ। ਲੇਕਿਨ ਜਿਹੜੀ ਨਿਕਲਦੀ ਉੱਭਰਦਾ ਹੋਈ ਗੱਲ ਹੈ ਉਹ ਇਹ ਹੈ ਕਿ ਇਸ਼ਤਿਹਾਰਬਾਜ਼ੀ ਇੱਕ ਹਥਿਆਰ ਹੈ ਜਿਸ ਦੇ ਜ਼ਰੀਏ ਕਈ ਨਿਸ਼ਾਨੇ ਲਾਏ ਗਏ ਨੇ। ਵੈਸੇ ਤਾਂ ਕਿਸੇ ਵੀ ਸਰਕਾਰ ਦਾ ਹੱਕ ਹੈ ਇਸ਼ਤਿਹਾਰ ਦੇਣਾ, ਆਪਣੀ ਜਾਣਕਾਰੀ ਦੇਣਾ, ਲੇਕਿਨ ਬਾਰ-ਬਾਰ ਉਹਦੀ ਲੋੜ ਕੀ ਹੈ? ਇੱਕ ਇਕੋਨੋਮੀ ਜਿਸ ਸੂਬੇ ਦੀ ਸਟ੍ਰੈਸ ਦੇ ਵਿੱਚ ਹੋਵੇ, ਇੱਕ ਡਿਸਟ੍ਰੈਸ ਇੱਕ ਤਰੀਕੇ ਦਾ ਹੋਵੇ, ਕਰਜ਼ਾ ਐਡਾ ਵਧਿਆ ਹੋਵੇ, ਹੋਰ ਬਹੁਤ ਸੇ ਕੰਮ ਹੋਣ, ਲੋਕਾਂ ਦੀਆਂ ਤਨਖਾਹਾਂ ਸਮੇਂ ਤੇ ਆਪਾਂ ਦੇ ਨਹੀਂ ਪਾ ਰਹੇ, ਬੇਸਿਕ ਜਿਹੜੀਆਂ ਮੁੱਢਲੀਆਂ ਸਹੂਲਤਾਂ ਦੇਣ ਦੀ ਲੋੜ ਹੈ, ਚਾਹੇ ਪੁਲਿਸ ਮਹਿਕਮਾ ਹੈ, ਕੋਈ ਹੋਰ ਮਹਿਕਮਾ, ਉੱਥੇ ਆਪਾਂ ਦੇ ਨਹੀਂ ਪਾ ਰਹੇ। ਤੇ ਇਹ ਬੇਲੋੜੇ ਇਸ਼ਤਿਹਾਰਾਂ ਦੀ ਸੌਦੇਬਾਜ਼ੀ ਹੈ, ਬੇਸਿਕਲੀ ਅਖਬਾਰਾਂ ਦੇ ਨਾਲ, ਅਦਾਰਿਆਂ ਦੇ ਨਾਲ ਸੌਦੇਬਾਜ਼ੀ ਹੈ, ਵਿਚ ਇਜ਼ ਵੈਰੀ ਅਨਫੋਰਚੂਨੇਟ। ਮਾਨਿਕ ਜੀ, ਲਾਸਟ ਜਾਂਦੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ ਵੀ ਤੁਹਾਡੇ ਹਿਸਾਬ ਨਾਲ ਅੱਜ ਦੀ ਤਰੀਕ ਤੱਕ 7 ਮਹੀਨਿਆਂ ਦੇ ਵਿੱਚ ਕਿੰਨਾ ਕੁ ਖਰਚਾ ਆਪਾਂ ਕੋਈ ਜਿਹਨੂੰ ਕਹਿੰਦੇ ਵੀ ਐਕਸਟ੍ਰਾਪੋਲੇਟ ਕਰਕੇ ਫਿਗਰ ਅਨੁਮਾਨ ਲਾ ਸਕਦੇ ਵੀ ਕਿੰਨਾ ਕੁ ਖਰਚਾ ਹੋ ਸਕਦਾ ਹੈ? 7 ਮਹੀਨੇ ਮਤਲਬ ਤਕਰੀਬਨ 250 ਦੇ ਆਸ-ਪਾਸ ਦਿਨ ਹੋ ਜਾਂਦੇ ਨੇ, 210 ਦੇ ਆਸ-ਪਾਸ। ਸੋ ਕੋਈ ਅੰਦਾਜ਼ਾ ਹੈ ਵੀ ਕਿੰਨਾ ਕੁ ਖਰਚਾ? ਜੀ ਆਪਾਂ ਇਸ ਤੋਂ ਪਹਿਲਾਂ ਆਪਾਂ ਨਾ ਇੱਕ ਡਿਜੀਟਲ ਥੋੜੀ ਅਪਡੇਸ਼ਨ ਹੁੰਦੀ ਰਹਿੰਦੀ ਹੈ, ਤੁਸੀਂ ਅਪਡੇਸ਼ਨ ਲੈਂਦੇ ਰਹਿੰਦੇ ਉਸ ਖਰਚੇ ਦੀ, ਇਹ ਪੂਰਾ ਦਾ ਪੂਰਾ ਖਰਚਾ ਕਿੰਨਾ ਐਡ ਸਪੈਂਡ ਹੈਗਾ ਸਰਕਾਰ ਦਾ, ਇਹ ਦਿੱਤਾ ਜਾਵੇ ਪੀਰੀਓਡਿਕਲੀ ਲੈਂਦੇ ਹੋ ਜਾਂ ਅਨঅਫੀਸ਼ੀਅਲ ਜਿਹੜੇ ਸੋਰਸਿਸ ਨੇਗੇ, ਮਤਲਬ ਅੰਦਰੋਂ ਅਫਸਰ ਵੀ ਦੱਸ ਦਿੰਦੇ ਸਾਰਾ ਕੁਝ, ਉਹ ਚੱਲਦਾ ਹੀ ਰਹਿੰਦਾ। ਕਿਉਂਕਿ ਆਰਟੀਜ਼ ਤਾਂ ਜਦੋਂ ਆਉਂਦੀਆਂ ਨੇ ਟਾਈਮ ਲੱਗ ਜਾਂਦਾ ਹੈਗਾ ਅਪੀਲਾਂ ਤੇ ਜਾ ਕੇ। ਤੇ ਬਟ ਮੋਟਾ ਜਿਹੜਾ ਖਰਚਾ ਕਰਦੇ ਪਏ ਆ ਉਹ ਰੋਜ਼ ਦਾ 2-3 ਕਰੋੜ ਰੁਪਈਆ ਤੁਸੀਂ ਲਗਾ ਲਓ ਵੀ ਜੇ ਮੰਨ ਲਓ 7 ਮਹੀਨੇ ਹੋਇਆ ਤੇ ਆਲਮੋਸਟ 400 ਕਰੋੜ ਦੇ ਆਸ-ਪਾਸ। ਹਾਂ 400-500 ਕਰੋੜ ਦੇ ਆਸ-ਪਾਸ ਮੋਟਾ ਜਿਹਾ ਹੋ ਗਿਆ ਹੋਊਗਾ। ਤੇ ਜਿਹੜਾ ਤੁਸੀਂ ਇਹ ਲਗਾ ਕੇ ਚੱਲੋ ਵੀ ਇੱਕ ਆਪਾਂ ਗੱਲ ਵਿੱਚੋਂ ਰਹਿ ਗਈ ਆਪਣੀ ਡਿਜੀਟਲ ਇਸ਼ਤਿਹਾਰ ਦੀ, ਜਿਹੜੀ ਅੱਜ ਕੱਲ ਚੱਲਦਾ ਪਿਆ ਗੂਗਲ ਐਡਸ ਦਾ ਤੇ ਜਿਹੜੇ ਮੈਟਾ ਐਡਸ ਨੇਗੀਆਂ। ਮੈਂ ਜਦੋਂ ਇਹ ਚੀਜ਼ ਐਕਸਪੋਜ਼ ਕੀਤੀ ਹੈ ਗੂਗਲ ਐਡਸ ਦੀ, ਕਿ ਭਗਵੰਤ ਮਾਨ ਜੀ ਨੇ ਦੇਖੋ ਆਪ ਬਣਾਈ ਹੈ ਐਡਸ, ਉਹ ਆਪ ਵੀਡੀਓ ਦੇ ਵਿੱਚ ਖੜੇ ਆ, ਹਿੰਦੀ ਦੇ ਵਿੱਚ ਗੱਲ ਕਰ ਰਹੇ ਆ, ਉਹਦੇ ਚ ਗੁਜਰਾਤੀ ਸਬਟਾਈਟਲ ਚੱਲਦਾ ਪਿਆ। ਉਹ ਸਾਰੇ ਜਿਹੜੇ ਹੈਡਿੰਗ ਨੇ ਐਡ ਦੇ ਗੁਜਰਾਤੀ ਦੇ ਵਿੱਚ ਨੇਗੇ। ਉਹਦੇ ਵਿੱਚ ਦਿਖਾਏ ਦਿੱਲੀ ਦੇ ਸਕੂਲ ਜਾ ਰਹੇ ਨੇ। ਮਤਲਬ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਪੰਜਾਬ ਦੇ ਪੇਜ ਤੋਂ ਦੂਜੇ ਸੂਬੇ ਦੇ ਸਕੂਲਾਂ ਦੀ ਤਾਰੀਫ ਕਰਦਾ ਪਿਆ, ਤੇ ਉਹਨੂੰ ਤੀਜੇ ਸੂਬੇ ਦੇ ਵਿੱਚ ਜਿਹੜਾ ਦਿਖਾਇਆ ਜਾ ਰਿਹਾ ਹੈਗਾ ਆਪਣੇ ਪੋਲੀਟੀਕਲ ਬੈਨੀਫਿਟ ਲਈ, ਤੇ ਪੈਸਾ ਸਾਰਾ ਪੰਜਾਬ ਦਾ। ਇਹਦਾ ਮਤਲਬ ਇਹ ਹੋ ਗਿਆ ਮੈਟਾ ਜਿਹੜਾ ਡੇਟਾ ਆਇਆ ਹੈ ਉਹਦਾ ਮਤਲਬ ਇਹ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ, ਪੰਜਾਬ ਦੇ ਜਿਹੜੇ ਹੈਂਡਲ ਨੇ, ਉਹਨਾਂ ਨੂੰ ਬੂਸਟ ਉਹਨੂੰ ਗੁਜਰਾਤ ਦੇ ਵਿੱਚ ਕੀਤਾ ਗਿਆ। ਯਾਨੀ ਕਿ ਉਹਦਾ ਜਿਹੜਾ ਜਿੰਨਾ ਉਹਦੇ ਦੇ ਪਿੱਛੇ ਡਿਜੀਟਲੀ ਖਰਚਾ ਕਰਕੇ ਉਹਨੂੰ ਗੁਜਰਾਤ ਦੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਕਾਰਨ ਹੈ ਕਿ ਗਵਰਨਮੈਂਟ ਆਫ ਇੰਡੀਆ ਗੁਜਰਾਤ ਦੇ ਵਿੱਚ ਇਸ ਵਕਤ ਵਨ ਆਫ ਦਾ ਹੈਵੀਐਸਟ ਖਰਚਾ ਕਰਨ ਵਾਲੀ, ਹੈਵੀਐਸਟ ਸਪੈਂਡਰ ਅਦਾਰਾ ਹੈ ਗਵਰਨਮੈਂਟ ਆਫ ਪੰਜਾਬ। ਤੁਸੀਂ ਗਵਰਨਮੈਂਟ ਆਫ ਇੰਡੀਆ ਕਹਿ ਗਏ, ਗਵਰਨਮੈਂਟ ਆਫ ਪੰਜਾਬ ਹੈ ਜਿਹੜਾ ਗਵਰਨਮੈਂਟ ਆਫ ਪੰਜਾਬ ਇਸ ਟਾਈਮ ਤੇ ਜਿਹੜਾ ਖਰਚਾ ਕਰ ਰਹੀ ਹੈ ਉਹ ਸਭ ਤੋਂ ਜ਼ਿਆਦਾ ਖਰਚਾ ਕਰਦੀ ਪਈ ਹੈ ਮੈਟਾ ਐਡਸ ਤੇ ਗੂਗਲ ਐਡਸ ਤੇ। ਤੇ ਇਹ ਦੇਖੋ ਵੀ ਪੰਜਾਬ ਦੇ ਪੇਜ ਵਰਤੇ ਜਾ ਰਹੇ ਆ, ਪੰਜਾਬ ਦੇ ਮੁੱਖ ਮੰਤਰੀ ਨੂੰ ਖੜਾਇਆ ਜਾ ਰਿਹਾ ਵਿੱਚ, ਉਹ ਜਿਹੜੇ ਉਹਦੇ ਉੱਤੇ ਲਿਖਿਆ ਜਾ ਰਿਹਾ ਗੁਜਰਾਤੀ ਦੇ ਵਿੱਚ ਲਿਖਿਆ ਜਾ ਰਿਹਾ, ਪੰਜਾਬ ਦੇ ਪੇਜਾਂ ਤੋਂ ਜਿਹੜੀ ਵੀਡੀਓਜ਼ ਪਾਈ ਜਾ ਰਹੀ ਹੈ ਉਹਨੂੰ ਟਾਰਗੇਟ ਕਰਕੇ ਬੂਸਟ ਕੀਤਾ ਜਾ ਰਿਹਾ ਹੈ। ਜਿਹੜਿਆਂ ਨੂੰ ਨਹੀਂ ਪਤਾ ਮੈਂ ਦੱਸ ਦਿਆਂ ਕਿ
ਜਦੋਂ ਆਪਾਂ ਐਡ ਲਾਉਣੇ ਆ ਤੇ ਤੁਹਾਨੂੰ ਇੱਕ ਉਹਦੇ 'ਚ ਤੁਸੀਂ ਲੋਕੇਸ਼ਨ ਸੈੱਟ ਕਰਨੀ ਹੈ ਕਿ ਉਸ ਲੋਕੇਸ਼ਨ ਤੇ ਬੈਠੇ ਕਿਹੜੀ ਲੋਕੇਸ਼ਨ ਤੇ ਬੈਠੇ ਬੰਦਿਆਂ ਨੂੰ ਇਹ ਐਡ ਦਿਖੇ। ਮੈਂ ਕੱਲ ਦੇਖੀ ਹੈ, ਮੈਂ ਪਾਈ ਵੀ ਆਪਣੇ ਹੈਂਡਲਸ ਤੇ 85% ਉਹ ਐਡ ਗੁਜਰਾਤ ਦੇ ਵਿੱਚ ਦਿਖਾਈ ਜਾ ਰਹੀ ਹੈ। ਮਤਲਬ ਪੰਜਾਬ ਦਾ ਪੈਸਾ, ਪੰਜਾਬ ਦਾ ਹੈਂਡਲ, ਪੰਜਾਬ ਦਾ ਮੁੱਖ ਮੰਤਰੀ ਤੇ ਦਿੱਲੀ ਦੇ ਸਕੂਲਾਂ ਦੀ ਤਾਰੀਫ ਤੇ ਉਹ ਦਿਖਾਇਆ ਗੁਜਰਾਤ ਦੇ ਵਿੱਚ ਜਾ ਰਿਹਾ ਹੈ। ਸਾਰਾ ਪੈਸਾ ਆਪਣਾ ਲਗਾਇਆ ਜਾ ਰਿਹਾ। ਮਤਲਬ ਅਖਬਾਰਾਂ ਤੋਂ ਲੈ ਕੇ, ਸਾਰਾ ਟੀਵੀ ਤੋਂ ਲੈ ਕੇ, ਗੂਗਲ ਐਡਸ ਤੋਂ ਲੈ ਕੇ, ਫੇਸਬੁੱਕ ਐਡਸ ਤੋਂ ਲੈ ਕੇ ਸਾਰਾ ਪੰਜਾਬ ਦਾ ਪੈਸਾ ਯੂਜ਼ ਕੀਤਾ ਜਾ ਰਿਹਾ। ਹੁਣ ਜਦੋਂ ਆਡਿਟ ਹੋਣਾ, ਆਡਿਟ 'ਚ ਤਾਂ ਗਲਤ ਆਉਣਾ ਹੀ ਆਉਣਾ, ਬਟ ਮੈਂ ਸੀਰੀਅਸਲੀ ਚਾਹੁੰਦਾ ਵੀ ਇਹ ਤੇ ਕੋਈ ਜਿੱਦਾਂ ਪ੍ਰਸ਼ਾਂਤ ਭੂਸ਼ਣ ਜੀ ਕੇਸ ਲੜਦੇ ਵੀ ਪਏ ਆ ਸੁਪਰੀਮ ਕੋਰਟ ਦੇ ਵਿੱਚ, ਹੀ ਇਨ ਟੱਚ ਵਿਦ ਮੀ, ਮੇਰੇ ਪੁਰਾਣੇ ਦੋਸਤ ਨੇ, ਪੁਰਾਣੇ ਜਾਣਕਾਰ ਨੇਗੇ, ਤੇ ਉਹ ਵੀ ਤਾਂ ਚਲੋ ਚੱਲਦਾ ਹੀ ਪਿਆ। ਪਰ ਪੰਜਾਬ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰਾਂਗੇ ਕਿ ਹਾਈ ਕੋਰਟ ਦੇ ਵਿੱਚ ਇਹਨੂੰ, ਇਸ ਚੀਜ਼ ਨੂੰ ਚੈਲੰਜ ਕੀਤਾ ਜਾ ਸਕੇ। ਕਿੱਦਾਂ ਪੰਜਾਬ ਦੇ ਪੇਜ ਨੂੰ ਵਰਤ ਕੇ ਤੁਸੀਂ, ਇਹ ਤੇ ਸਾਫ਼ ਹੀ ਹੈ ਨਾ, ਇੱਕ ਤੇ ਦੇਖੋ ਚੋਰੀ ਲੁਕੋ ਕੇ ਹੁੰਦੀ ਹੈ ਵੀ ਅਸੀਂ ਪਿੱਛੋਂ ਦੀ ਕੋਈ ਚੋਰ ਬੋਰੀ, ਬਟ ਇਹ ਤਾਂ ਸ਼ਰੇਆਮ ਹੀ ਤੁਸੀਂ ਐਡਸ, ਚਲੋ ਪਤਾ ਲੱਗ ਗਿਆ ਇਹਨਾਂ ਨੂੰ, ਤੇ ਇਹ ਸੀ ਵੀ ਪਤਾ ਕਿਵੇਂ ਲੱਗਣਾ, ਬਟ ਉਹ ਮੈਟਾ ਡਾਟਾ ਕੱਢਿਆ ਮੈਂ ਤੇ ਉਹ ਪਤਾ ਲੱਗ ਗਿਆ। ਬਟ 85% ਉਹ ਸਾਰਾ ਗੁਜਰਾਤ ਦੇ ਵਿੱਚ, ਪੰਜਾਬ ਦਾ ਹੁਣ ਗੁਜਰਾਤ ਦੇ ਵਿੱਚ ਕੀ ਹੈ, ਕੁਝ ਵੀ ਨਹੀਂ। ਪੰਜਾਬੀਆਂ ਦੇ ਪੇਜ ਤੇ ਤੁਸੀਂ ਗੁਜਰਾਤੀ ਲਿਖ ਕੇ ਵੀਡੀਓਜ਼ ਬਣਾ ਰਹੇ ਹੋ, ਪੰਜਾਬੀਆਂ ਨੇ ਉਹ ਤੋਂ ਕੀ ਲੈਣਾ? ਪੰਜਾਬੀਆਂ ਨੂੰ ਤਾਂ ਸਮਝ ਨਹੀਂ ਆਉਂਦੀ। ਪੰਜਾਬ ਦੇ ਪੈਸੇ ਨਾਲ ਤੁਸੀਂ ਗੁਜਰਾਤ ਦੇ ਵਿੱਚ ਸਕੂਲਾਂ ਦੀ ਤਾਰੀਫ ਕਰ ਰਹੇ ਹੋ ਦਿੱਲੀ ਦੇ, ਤਾਂ ਸਾਫ਼ ਹੈ ਕਿ ਤੁਸੀਂ ਪੰਜਾਬ ਦਾ ਪੈਸਾ ਆਪਣੇ ਪੋਲ ਬੈਨੀਫਿਟਸ ਲਈ, ਆਪਣੇ ਵੋਟਾਂ ਦੇ ਬੈਨੀਫਿਟ ਲਈ ਵਰਤ ਰਹੇ ਹੋ। ਕਿੰਨਾ ਅਨਫੋਰਚੂਨੇਟ ਹੈ। ਹਾਂਜੀ, ਨਹੀਂ, ਉਹ ਬਸ ਪੰਜਾਬ ਤੇ ਗੁਜਰਾਤ ਦੇ ਵਿੱਚ ਕਾਮਨ ਗੱਲ ਉਹੀ ਹੁੰਦੀ ਸੀ, ਦਿਲ ਲੈ ਗਈ ਕੁੜੀ ਗੁਜਰਾਤ ਦੀ। ਇੱਥੇ ਮੈਨੂੰ ਲੱਗਦਾ ਪੰਜਾਬ ਦੇ ਖਜ਼ਾਨਾ ਖਾਲੀ ਕਰਤਾ ਗੁਜਰਾਤ ਦੇ ਇਲੈਕਸ਼ਨ ਨੇ, ਇਹ ਸਥਿਤੀ ਹੋਣੀ ਹੈ। ਤੇ ਸਾਡੇ ਇੱਥੇ ਸਰਕਾਰਾਂ ਨੂੰ ਲੱਗਦਾ ਵੀ ਆਪਾਂ ਨੱਚੀਏ ਲੁਧਿਆਣੇ ਤੇ ਧਮਕ ਪਵੇ ਅਹਿਮਦਾਬਾਦ 'ਚ, ਨਾ, ਤੇ ਉਹ ਸਥਿਤੀ बिल्कुल जी, बिल्कुल। पैसा ਪੰਜਾਬੀਆਂ ਕਹੀਂ ਪੇ ਨਿਗਾहें, ਉਹ ਕਹਿੰਦੇ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਕਈ ਵਾਰ ਬੜਾ ਮਹਿੰਗਾ ਪੈ ਜਾਂਦਾ ਤੇ ਮੈਨੂੰ ਲੱਗਦਾ ਪੰਜਾਬ ਨੂੰ ਤਾਂ ਆਲਰੇਡੀ ਬਹੁਤ ਮਹਿੰਗਾ ਪੈ ਰਿਹਾ। ਬਾਕੀ ਸਿਆਸੀ ਇਸ ਦੀ ਕੀਮਤ ਕਦੇ ਇਹਨਾਂ ਨੂੰ ਅਦਾ ਕਰਨੀ ਪਏਗੀ, ਤਾਂ ਦੇਖਾਂਗੇ ਕੀ ਹੁੰਦਾ ਜੀ। ਇੱਕ ਹਜੇ ਹੋਰ ਇਨਫੋਰਮੇਸ਼ਨ ਆਈ ਹੈ ਕਿ ਅਮਨ ਅਰੋੜਾ ਜੀ ਨੇ, ਕਿਸੇ ਆਫੀਸਰ ਨੇ ਦੱਸੀ ਹੈ, ਅਮਨ ਅਰੋੜਾ ਜੀ ਨੇ ਜਿਹੜਾ ਖਰਚਾ ਹੈ ਉਹ 700-800 ਕਰੋੜ ਤੇ ਆਲਰੇਡੀ ਕਹਿੰਦੇ ਕਰੇ ਹੀ ਕਰਾਂਗੇ ਅਸੀਂ ਮਿਨੀਮਮ, ਤੇ ਮਤਲਬ ਰਜਾ ਕੇ ਰੱਖਣਾ ਮੀਡੀਆ ਨੂੰ। ਤੇ ਮਤਲਬ ਇੰਨਾ ਖਰਚਾ ਮੈਨੂੰ ਸਮਝ ਨਹੀਂ ਆਉਂਦੀ ਵੀ, ਪਤਾ ਨਹੀਂ, ਇੱਕ ਤਾਂ ਤੁਸੀਂ ਸਿੱਧਾ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਤੋਂ ਪੈਸਾ ਇੰਨਾ ਜ਼ਿਆਦਾ ਜਿਹੜਾ ਕਿ ਹੋਰ ਬਹੁਤ ਤੁਹਾਡੇ ਕੋਲ ਤਨਖਾਹਾਂ ਦੇਣ ਲਈ ਪੈਸਾ ਨਹੀਂ। ਪਿਛਲੇ ਤੁਸੀਂ ਦੇਖਿਆ ਹੋਣਾ, ਪਿਛਲੇ ਮੰਥ ਦੇ ਵਿੱਚ ਇਹਨਾਂ ਕੋਲ ਤਨਖਾਹ ਦੇਣ ਨੂੰ ਪੈਸਾ ਨਹੀਂ ਸੀ। 3000 ਕਰੋੜ ਰੁਪਏ ਇਹਨਾਂ ਨੇ ਕਰਜ਼ਾ ਲਿਆ, ਫਿਰ ਉਦੋਂ ਬਾਅਦ ਤਨਖਾਹ ਦਿੱਤੀ ਹੈ ਸਰਕਾਰੀ ਮੁਲਾਜ਼ਮਾਂ ਦੀ। ਮਤਲਬ ਇਸ ਤਰੀਕੇ ਦੇ ਹਾਲ ਦੇ ਵਿੱਚ ਤੁਸੀਂ ਇੰਨੇ ਜ਼ਿਆਦਾ ਐਡ ਤੇ ਪੈਸੇ ਲਾ ਰਹੇ ਹੋ, ਕਿਉਂ ਲਾ ਰਹੇ ਹੋ ਸਮਝ ਤੋਂ ਪਰੇ ਆ, ਜਦੋਂ ਕਿ ਪੰਜਾਬ ਨੂੰ ਤੇ ਲੋੜ ਹੀ ਨਹੀਂ ਹੈਗੀ। ਪੰਜਾਬ ਤੇ ਇਹੀ ਚਾਹੁੰਦਾ ਵੀ ਜਿਹੜੇ ਤੁਸੀਂ ਪੋਲ ਪ੍ਰੋਮਿਸਿਸ ਕੀਤੇ ਆਪਣੇ, ਤੇ ਉਹਤੇ ਆਪਦਾ ਜਿਹੜਾ ਕਨਸੈਂਟਰੇਟ ਕਰੋ। ਹੁਣ ਅੱਜ ਅਖਬਾਰ ਦੇ ਵਿੱਚ ਐਡ ਆਈ ਹੈ ਕਿ ਅਸੀਂ ਮਜ਼ਦੂਰੀ ਵਧਾਤੀ, ਉਹ ਮਤਲਬ ਕੀ ਹੈ? ਐਡ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਕੋਈ, ਤੁਹਾਡਾ ਕੋਈ ਅਸੀਂ ਕਦੇ 7 ਸਾਲ 70 ਸਾਲ, ਪਤਾ ਨਹੀਂ 7 ਮਹੀਨੇ 70 ਸਾਲ ਵੀ ਇਹੋ ਜਿਹਾ ਕੀ ਕਰਤਾ? ਮੇਰੇ ਤਾਂ ਕੋਈ ਦਿਖਤਾ ਰਿਹਾ ਨਹੀਂ ਵੀ ਤੁਸੀਂ ਇੰਨੀ ਅਰਬਾਂ ਦੀ, ਕਰੋੜਾਂ ਦੀ ਐਡ ਦੇਈ ਜਾਂਦੇ ਹੋ ਰੋਜ਼। ਸਮਝ ਤੋਂ ਭਰੇ ਆ। ਇਹ ਸਰਕਾਰ ਨੂੰ ਚਾਹੀਦਾ ਕਿ ਕੰਮ ਕਰਨੀ ਕਨਸੈਂਟਰੇਟ ਕਰੇ, ਫਾਲਤੂ ਖਰਚੇ ਨਾ ਕਰੇ। ਲੋਕਾਂ ਨੂੰ ਦਿਖਦਾ ਤੇ ਲੋਕ ਫੜ ਲੈਂਦੇ, ਕੋਈ ਏਦਾਂ ਦੀ ਗੱਲ ਨਹੀਂ। ਪਹਿਲਾਂ ਵਾਲਾ ਟਾਈਮ ਗਿਆ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ, ਟੈਕਨੀਕਲ ਲੋਕ ਵੀ ਬੜੇ ਬੈਠੇ ਆ ਤੇ ਹੋਰ ਵੀ ਤਰੀਕੇ ਬੜੇ ਆ, ਸਭ ਕੁਝ ਪਤਾ ਲੱਗਦਾ ਤੇ ਅੱਗੇ ਵੀ ਪਬਲਿਕ ਡੋਮੇਨ ਸਾਰਾ ਕੁਝ ਪਾਉਂਦੇ ਰਹਾਂਗੇ, ਕੋਈ ਗੱਲ ਨਹੀਂ ਜੀ। ਬਿਲਕੁਲ ਜੀ, ਲੋਕਾਂ ਨੂੰ ਤਾਂ ਪਤਾ ਹੀ ਕਿ ਸੜਕਾਂ ਤੇ ਜੋ ਹੋ ਰਿਹਾ, ਲੋਕਾਂ ਦੇ ਨਾਲ ਜੋ ਹੋ ਰਿਹਾ, ਲੋਕਾਂ ਨੂੰ ਤਾਂ ਆਪਣੀ ਸਥਿਤੀ ਚੰਗੀ ਤਰ੍ਹਾਂ ਪਤਾ ਹੈ। ਭਲੇਖੇ ਦੇ ਵਿੱਚ ਸ਼ਾਇਦ ਸਰਕਾਰ ਹੀ ਹੈ ਤੇ ਰੱਖਣਾ ਚਾਹ ਰਹੀ ਹੈ ਭਲੇਖੇ ਦੇ ਵਿੱਚ। ਲੇਕਿਨ ਮਾਨਿਕ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢਿਆ ਐਂਡ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਆਈ ਮਸਟ ਐਪਰੀਸ਼ੀਏਟ, ਆਈ ਮਸਟ ਕੰਪਲੀਮੈਂਟ, ਕਿਉਂਕਿ ਤੁਹਾਡੇ ਵਰਗੇ ਜਿੰਨੇ ਵੀ ਆਰਟੀਆਈ ਐਕਟਿਵਿਸਟ ਕਾਰਕੁਨ ਹੋਣਗੇ, ਸਾਡਾ ਸਮਾਜ ਉਨਾ ਹੀ ਵੈਲ ਇਨਫਾਰਮਡ ਹੋਵੇ। ਠੀਕ ਹੈ, ਕ੍ਰਿਟਿਸਿਜ਼ਮ ਕਈ ਵਾਰ ਔਖਾ ਲੱਗਦਾ ਹੈ, ਮਾੜਾ ਲੱਗਦਾ ਹੈ, ਲੇਕਿਨ ਇਹ ਕ੍ਰਿਟਿਸਿਜ਼ਮ ਜ਼ਰੂਰੀ ਹੈ ਇੱਕ ਹੈਲਦੀ ਡੈਮੋਕ੍ਰੇਸੀ ਲਈ। ਸੋ ਵਿਸ਼ ਯੂ ਆਲ ਦਾ ਬੈਸਟ। ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਬਹੁਤ ਬਹੁਤ ਧੰਨਵਾਦ ਲੱਕੀ ਜੀ, ਥੈਂਕ ਯੂ ਸੋ ਮਚ। ਤੁਸੀਂ ਆਪਣਾ ਕਵਰ ਕੀਤਾ ਇਸ਼ੂ ਤੇ ਅੱਗੇ ਵੀ ਕਰਦੇ ਰਹੋ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ, ਥੈਂਕ ਯੂ ਮਾਨਿਕ ਜੀ। ਥੈਂਕ ਯੂ ਜੀ।